आसा महला पहला। सेवक दास भगत जन सोई, ठाकुर का दास गुरमुख होई। जिन सिर साजी तिन फुन गोई, तिस बिन दूजा और न कोई। साच नाम गुर शब्द विचार, गुरमुख साचे साचै दरबार रहा। सच्चा अर्ज सच्ची अरदास, महले खसम सुने साबास। सच्चे तख्त बुलावे सोए, दे वड्याई करे सोय। तेरा तान तू है दीवान, गुर का शब्द सच निशान। गुर का शब्द सच निशान। हुक्म मन्नै मन्नै हुक्म सो प्रगट जाय। सच निशानै ठाक न पाए। पंडित पढ़ै वखाणै वेद, अंतर वस्त ना जानै भेद। गुर बिन सोजी बूझ न होए, सच्चा रव रहया प्रभ सोय। क्यों का क्यों हो आखां आख वखाणी, तू आपै जानै सर्ब विडाणी। नानक एको दरदीवान, गुरमुख साच तहाँ गुदरान। कबीर चंदन का बिरवा फला, बेड़ियो टाक पलास। ओए भी चंदन होए रहे, बसे जो चंदन पास। ज़हरा ज़हूर हाजरा हजूर, सर्व कला भरपूर समरथ गुरु। लोक प्रलोक दे रखियक भगतो अशल ज्ञान दे सागर। गुरुआं भगतां भट्टां सिखां दी इलाही बाणी, जोत रूप विच अकाल पुरख सतगुरु धन धन श्री गुरु ग्रंथ साहिब महाराज जी की पावन पवित्र गोद हजूरी दे विच गुरु शब्द दे नाल जुड़ बैठी साध संगत। वडभागे हाँ गुरु साहब ने मेहर कीती है, जीवन स्वास तंदुरुस्तियाँ उद्यम इशनान बख्शे हैं और धन धन गुरु ग्रंथ साहिब महाराज जी की बाणी नूं सरवण करन दा
ਬਹੁਤ ਹੀ ਪਿਆਰਾ ਤੇ ਕੀਮਤੀ ਸਮਾਂ ਸਾਨੂੰ ਬਖਸ਼ਿਸ਼ ਕੀਤਾ। ਸਫਲ ਮੂਰਤ ਸਫਲਾ ਘੜੀ, ਜਿਤ ਸੱਚੇ ਨਾਲ ਪਿਆਰ। ਦੁਖ ਸੰਤਾਪ ਨ ਲੱਗਈ, ਜਿਸ ਹਰ ਕਾ ਨਾਮ ਆਧਾਰ। ਬਾਹਾਂ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ। ਗੁਰੂ ਸਾਹਿਬ ਨੇ ਮਿਹਰ ਕੀਤੀ ਹੈ। ਜੀਵਨ ਦੀਆਂ ਬਹੁਤ ਹੀ ਅਨਮੋਲ ਕੀਮਤੀ ਘੜੀਆਂ ਕਹਿ ਲਈਏ, ਸਫਲ ਮੂਰਤ ਸਫਲਾ ਘੜੀ, ਸਮਾਂ ਕਹਿ ਲਈਏ, ਸਵਾਸ ਕਹਿ ਲਈਏ, ਜ਼ਿੰਦਗੀ ਕਹਿ ਲਈਏ, ਇਹ ਸਭ ਨੂੰ ਸਫਲ ਕਰਨ ਦਾ ਇੱਕ ਅਵਸਰ, ਇੱਕ ਮੌਕਾ ਦਿੱਤਾ ਹੈ। ਬਹੁਤ ਵਾਰ ਅਸੀਂ ਸਰਵਣ ਕੀਤਾ, ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ। ਘਟ ਭੀਤਰ ਤੂੰ ਦੇਖ ਵਿਚਾਰ। ਸੋ ਜਦੋਂ ਅਸੀਂ ਗੁਰੂ ਦੀ ਗੱਲ ਵਿਚਾਰ ਰਾਹੀਂ ਸਰਵਣ ਕਰੀਦੀ ਹੈ ਤੇ ਫਿਰ ਸਾਡਾ ਧਿਆਨ ਆਪਣੇ ਅੰਦਰ ਜਾਂਦਾ। ਜਦੋਂ ਕੋਈ ਕਿਸੇ ਦੀ ਕਮੀ ਦੱਸੇ, ਉਸ ਦਾ ਧਿਆਨ ਉਹਦੇ ਅੰਦਰ ਜਾਂਦਾ। ਜਦੋਂ ਕੋਈ ਕਿਸੇ ਦਾ ਗੁਣ ਦੱਸੇ, ਵਡਿਆਈ ਦੱਸੇ, ਤਾਂ ਵੀ ਉਸ ਦਾ ਧਿਆਨ ਆਪਣੇ ਅੰਦਰ ਜਾਂਦਾ। ਚਾਹੇ ਕੋਈ ਕਮੀ ਕੱਢੇ, ਚਾਹੇ ਕੋਈ ਗੁਣ ਦੀ ਵਡਿਆਈ ਕਰੇ, ਧਿਆਨ ਜਿਹੜਾ ਆਪਣੇ ਵੱਲ ਜਾਂਦਾ। ਤੇ ਗੁਰੂ ਦੀ ਗੋਦ ਵਿੱਚ ਜਦੋਂ ਆ ਕੇ ਅਸੀਂ ਬੈਠਦੇ ਹਾਂ, ਜਿਨ੍ਹਾਂ ਦੇ ਵਿੱਚ ਗੁਣ ਨੇ ਉਹਨਾਂ ਨੂੰ ਵੀ ਗੁਰੂ ਵਡਿਆਉਂਦਾ। ਜਿਨ੍ਹਾਂ ਦੇ ਵਿੱਚ ਔਗਣ ਨੇ ਜਾਂ ਕਮੀਆਂ ਹਨ, ਉਹਨਾਂ ਦੀਆਂ ਕਮੀਆਂ ਗੁਰੂ ਸਾਹਿਬ ਦੱਸਦੇ ਨੇ। ਕਿਉਂਕਿ ਬਾਣੀ ਜਾਂ ਗੁਰੂ ਇੱਕ ਸ਼ੀਸ਼ੇ ਦੀ ਤਰ੍ਹਾਂ, ਜਿਵੇਂ ਦਾ ਸਾਡਾ ਚਿਹਰਾ ਹੋਏਗਾ, ਅਕਸ ਹੋਏਗਾ, ਉਸੇ ਤਰ੍ਹਾਂ ਦਾ ਹੀ ਸਾਨੂੰ ਦਿਸਣਾ ਜਾਂ ਨਜ਼ਰ ਆਉਣਾ। ਦਿਸਣਾ ਨਜ਼ਰ ਆਉਣਾ ਹੈ। ਜਿਵੇਂ ਦਾ ਸਾਡਾ ਮਨ ਹੋਏਗਾ, ਜਦੋਂ ਅਸੀਂ ਗੁਰਬਾਣੀ ਨੂੰ ਕੀਰਤਨ ਰਾਹੀਂ, ਕਥਾ ਰਾਹੀਂ ਸਰਵਣ ਕਰਾਂਗੇ, ਤੇ ਸਾਨੂੰ ਵੀ ਇਹ ਮਹਿਸੂਸ ਕਰਨ ਨੂੰ ਮਿਲੇਗਾ ਵੀ ਕਿੱਥੋਂ ਅਸੀਂ ਸਹੀ ਹਾਂ, ਕਿੱਥੋਂ ਅਸੀਂ ਊਣੇ ਹਾਂ, ਕਿੱਥੋਂ ਗਲਤੀ ਹੈ, ਤੇ ਕਿੱਥੋਂ ਅਸੀਂ ਮਤਲਬ ਗਲਤੀ ਨੂੰ ਸਹੀ ਕਰਕੇ ਆਪਾਂ ਅੱਗੇ ਨੂੰ ਤੁਰਨਾ। ਇਹ ਸਾਰੀ ਚੀਜ਼ ਜਿਹੜੀ ਹੈ, ਗੁਰੂ, ਟੀਚਰ, ਪਰਮਾਤਮਾ ਕਹਿ ਲਈਏ, ਉਸਤਾਦ ਕਹਿ ਲਈਏ, ਉਹ ਇਸ ਚੀਜ਼ ਨੂੰ ਦੂਰ ਕਰਦਾ। ਜਦੋਂ ਕੋਈ ਚੀਜ਼ ਦੀ ਸਮਝ ਨਾ ਲੱਗੇ ਤੇ ਉਸਤਾਦਾਂ ਦੇ ਕੋਲ ਜਾਣਾ ਪੈਂਦਾ। ਉਸਤਾਦ ਲੋਕ ਜਿਹੜੇ ਨੇ, ਜਿਹਨੂੰ ਕਹਿੰਦੇ ਨੇ ਜੁਗਤੀ ਘੁੰਡੀ ਜਿਹੜੀ ਨੇ, ਉਹ ਦੱਸਦੇ ਨੇ। ਗੁਰਬਾਣੀ ਦੇ ਵਿੱਚ ਲਿਖਿਆ, ਗੁਰੂ ਵੀ ਘੁੰਡੀ ਜੀਵਨ ਜੁਗਤ ਜਿਹੜੀ ਹੈ ਉਹ ਦੱਸਦਾ ਵੀ ਕਿਸ ਤਰ੍ਹਾਂ ਦਾ ਮਨੁੱਖ ਦਾ ਜੀਵਨ ਜਿਹੜਾ ਉੱਚਾ ਤੇ ਸੁੱਚਾ ਹੋ ਸਕਦਾ। ਬੜੀ ਵਾਰ ਤੁਸੀਂ ਇਹ ਸਰਵਣ ਕਰ ਚੁੱਕੇ ਹੋ। ਦੁਨਿਆਵੀ ਚੀਜ਼ਾਂ ਦਾ ਗਿਆਨ, ਦੁਨਿਆਵੀ ਵਿੱਦਿਆ ਦੇ ਨਾਲ ਸੁਰਤ ਉੱਚੀ ਸੁੱਚੀ ਕਿਵੇਂ ਬਣਨੀ ਹੈ, ਉਹ ਇਹ ਚੀਜ਼ ਜਿਹੜੀ ਹੈ ਦੁਨਿਆਵੀ ਗਿਆਨ ਜਾਂ ਦੁਨਿਆਵੀ ਪੜ੍ਹਾਈ ਦੇ ਨਾਲ ਨਹੀਂ ਆ ਸਕਦੀ। ਇਸ ਕਰਕੇ ਦੁਨਿਆਵੀ ਵਿੱਦਿਆ ਪੜ੍ਹਨ ਵਾਲਾ ਵੀ ਬਹੁਤ ਜ਼ਿਆਦਾ ਗਲਤੀਆਂ ਜਿਹੜੀਆਂ ਨੇ ਮਨ ਰਾਹੀਂ ਕਰ ਬਹਿੰਦਾ। ਉਹ ਵੀ ਗਲਤੀਆਂ ਕਰਦਾ ਮਨ ਦੇ ਤਲ 'ਤੇ, ਸਰੀਰ ਦੇ ਤਲ 'ਤੇ ਵੀ, ਬੁੱਧੀ ਦੇ ਤਲ 'ਤੇ ਵੀ ਉਹ ਕਈ ਗਲਤੀਆਂ ਕਰ ਜਾਂਦਾ। ਇਸ ਕਰਕੇ ਇਹ ਮੈਂ ਹਮੇਸ਼ਾ ਕਹਿੰਦਾ ਹੁੰਦਾ, ਜਦੋਂ ਤੱਕ ਸਾਨੂੰ ਆਤਮਿਕ ਗਿਆਨ ਪ੍ਰਾਪਤ ਨਹੀਂ ਹੁੰਦਾ, ਸਾਡਾ ਦੁਨਿਆਵੀ ਗਿਆਨ ਵੀ ਅਧੂਰਾ ਹੈ। ਜਦੋਂ ਤੱਕ ਸਾਨੂੰ ਆਤਮਿਕ ਗਿਆਨ ਨਹੀਂ ਆਉਂਦਾ, ਦੁਨਿਆਵੀ ਗਿਆਨ ਭਾਵੇਂ ਕੋਈ PhD ਕਰ ਲਵੇ, ਭਾਵੇਂ ਕੋਈ ਜਿੰਨੀ ਮਰਜ਼ੀ ਵਿੱਦਿਆ ਹਾਸਲ ਕਰ ਲਵੇ, ਦੁਨਿਆਵੀ ਤੌਰ 'ਤੇ ਲੋਕ ਉਸ ਦੀ ਬੜੀ ਪ੍ਰਸ਼ੰਸਾ ਕਰਨਗੇ। ਉਹਦੇ ਕੋਲ ਉਹ ਡਿਗਰੀ ਹੈ ਵੀ ਉਹ ਬੰਦਾ ਬੜਾ ਪੜ੍ਹਿਆ ਲਿਖਿਆ ਹੈ, ਉਹ ਬੜਾ ਇਨਸਾਨ ਜਿਹੜਾ ਹੈ ਐਜੂਕੇਟਡ ਹੈ। ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਸੁਣਨ ਨੂੰ ਮਿਲਦੀਆਂ ਹਨ। ਬਹੁਤ ਵਧੀਆ ਗੱਲ ਹੈ।
ਦੁਨਿਆਵੀ ਵਿੱਦਿਆ ਐਜੂਕੇਸ਼ਨ ਪ੍ਰਾਪਤ ਕਰਨੀ ਸਾਡੇ ਧੀਆਂ ਪੁੱਤਰਾਂ ਦੇ ਲਈ ਬਹੁਤ ਚੰਗੀ ਹੈ। ਕਦੀ ਕਿਸੇ ਨੇ ਨਹੀਂ ਕਿਹਾ ਵੀ ਦੁਨਿਆਵੀ ਵਿੱਦਿਆ ਐਜੂਕੇਸ਼ਨ ਪ੍ਰਾਪਤ ਨਾ ਕਰੀਏ ਜਾਂ ਨਾ ਕਰੋ। ਰੱਜ ਰੱਜ ਕੇ ਕਰੋ। ਜਿੰਨਾ ਕੋਈ ਪੜ੍ਹ ਸਕਦਾ ਹੈ, ਜਿੰਨੀ ਕੋਈ ਮਿਹਨਤ ਕਰ ਸਕਦਾ ਹੈ, ਉਹ ਉਨੀ ਮਿਹਨਤ ਕਰੇ। ਪਰ ਜਿਹੜੀ ਆਤਮਿਕ ਚਿੰਤਨ ਹੈ, ਵਿਦਵਤਾ ਹੈ, ਆਤਮਿਕ ਗਿਆਨ ਹੈ, ਇਹ ਦੁਨਿਆਵੀ ਵਿੱਦਿਆ ਦੇ ਨਾਲ ਨਹੀਂ ਮਿਲ ਸਕਦਾ। ਇੱਥੋਂ ਤੱਕ ਕਿ ਦੁਨਿਆਵੀ ਵਿੱਦਿਆ ਕੱਲਾ ਪੜ੍ਹਨ ਵਾਲਾ ਜਦੋਂ ਤੱਕ ਉਹਨੂੰ ਸੰਸਕਾਰ ਨਾ ਦਿੱਤੇ ਜਾਣ, ਉਹਦੇ ਸੰਸਕਾਰੀ ਨਹੀਂ ਹੋ ਸਕਦਾ, ਤੇ ਆਤਮ ਗਿਆਨੀ ਕਿੱਦਾਂ ਹੋ ਸਕਦਾ? ਥੋੜੀ ਮੱਠੀ ਕਰੀ ਆਵਾਜ਼, ਮਾੜੀ ਜੀ ਅੰਦਰਲੀ। ਜਿਹੜਾ ਕੋਈ ਵੀ ਉੱਚੀ ਵਿੱਦਿਆ ਪੜ੍ਹਨ ਵਾਲਾ ਜੇ ਉਹ ਸੰਸਕਾਰੀ ਨਹੀਂ ਅਜੇ ਤੱਕ ਹੋਇਆ, ਤੇ ਉਹ ਆਤਮਿਕ ਗਿਆਨੀ ਕਿੱਥੋਂ ਹੋ ਸਕਦਾ? ਠੀਕ ਹੈ, ਉਸ ਨੂੰ ਆਤਮਿਕ ਗਿਆਨ ਨੂੰ ਵਧਾ ਥੋੜੀ, ਉਸ ਨੂੰ ਆਤਮਿਕ ਓਕੇ ਕਿੱਥੋਂ ਮਿਲ ਸਕਦਾ ਹੈ? ਆਤਮਿਕ ਗਿਆਨ ਉਸ ਨੂੰ ਕਿੱਥੋਂ ਮਿਲ ਸਕਦਾ? ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੇ ਵੇਦ ਵਿਆਸੇ ਸੋਏ। ਸੋ ਮੇਰੇ ਵਿਚਾਰ ਆਰੰਭ ਹੋਈ ਹੈ ਕਿ ਜਿੱਥੇ ਸਾਨੂੰ ਦੁਨਿਆਵੀ ਗਿਆਨ ਚਾਹੀਦਾ, ਜਿੱਥੇ ਸਾਨੂੰ ਦੁਨਿਆਵੀ ਚੀਜ਼ਾਂ ਬਾਰੇ ਜਾਣਕਾਰੀ ਚਾਹੀਦੀ ਹੈ, ਉੱਥੇ ਸਾਨੂੰ ਆਤਮਿਕ ਗਿਆਨ ਤੇ ਚਾਹੀਦਾ ਹੀ ਚਾਹੀਦਾ। ਸਾਨੂੰ ਨਾਲ ਨਾਲ ਸੰਸਕਾਰ ਵੀ ਚਾਹੀਦੇ ਨੇ। ਧਿਆਨ ਦੇਣਾ, ਆਤਮਿਕ ਗਿਆਨ ਦੀ ਗੱਲ ਤੇ ਅਸੀਂ ਬਾਅਦ ਵਿੱਚ ਕਰਦੇ ਹਾਂ। ਇੱਕ ਵਿਸ਼ਾ ਜਿਹਾ ਮੇਰੇ ਸਾਹਮਣੇ ਆਉਂਦਾ ਪਿਆ, ਸੰਸਕਾਰ। ਦੇਖੋ, ਮੈਂ ਪਹਿਲਾਂ ਬੇਨਤੀ ਕੀਤੀ ਹੈ, ਦੁਨਿਆਵੀ ਵਿੱਦਿਆ ਜਿੰਨੀ ਮਰਜ਼ੀ ਕੋਈ ਪੜ੍ਹ ਜਾਏ, ਦੁਨਿਆਵੀ ਜਿੰਨਾ ਮਰਜ਼ੀ ਕੋਈ ਬਹੁਤ ਐਜੂਕੇਟਡ ਅਫਸਰ ਤੱਕ ਵੀ ਕਿਉਂ ਨਾ ਬਣ ਜਾਏ, ਇੱਕ ਸੰਸਕਾਰ ਲਫ਼ਜ਼ ਵਰਤਿਆ ਜਾਂਦਾ। ਇਹ ਸੰਸਕਾਰ ਜਿਹੜੇ ਨੇ, ਜਦੋਂ ਅਸੀਂ ਛੋਟੇ ਹੁੰਦੇ ਹਾਂ, ਬੱਚਾ ਛੋਟਾ ਹੁੰਦਾ, ਉਸ ਨੂੰ ਸੰਸਕਾਰ ਜਿਹੜੇ ਨੇ, ਉਸ ਨੂੰ ਆਪਣੇ ਪਰਿਵਾਰ ਦੇ ਵਿੱਚੋਂ, ਆਪਣੇ ਗੁਆਂਢੀਆਂ ਦੇ ਕੋਲੋਂ, ਸਮਾਜ ਦੇ ਵਿੱਚੋਂ, ਚੰਗਿਆਂ ਬੰਦਿਆਂ ਦੀ ਸੰਗਤ ਦੇ ਵਿੱਚੋਂ ਫਸਟ ਜਿਹੜਾ ਉਸ ਨੂੰ ਆਪਣੇ ਘਰ ਪਰਿਵਾਰ ਦੇ ਵਿੱਚੋਂ ਮਾਂ-ਬਾਪ ਵੱਲੋਂ ਦਿੱਤੇ ਜਾਂਦੇ ਹਨ। ਜਿਹੜਾ ਮਾਂ-ਬਾਪ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਨਹੀਂ ਦਿੰਦਾ, ਉਹਨਾਂ ਮਾਂ-ਬਾਪ ਦੁਆਰਾ ਬੱਚਿਆਂ ਨੂੰ ਪੜ੍ਹਾਈ ਵਿੱਦਿਆ ਜਿਹੜੀ ਹੈ, ਉਹ ਕੋਈ ਬਹੁਤਾ, ਮੈਂ ਕਹਾਂਗਾ, ਉਹ ਬਹੁਤਾ ਅਰਥ ਨਹੀਂ ਰੱਖਦੀ ਜੇ ਕੋਈ ਸੰਸਕਾਰੀ ਨਾ ਹੋਇਆ। ਜੇ ਕੋਈ ਪੜ੍ਹ ਲਿਖ ਕੇ ਬੱਚਾ ਆਪਣੇ ਵੱਡਿਆਂ ਦੀ ਇੱਜ਼ਤ ਨਾ ਕਰੇ, ਤੇ ਉਹਦੀ ਪੜ੍ਹਾਈ ਨੂੰ ਕੀ ਕਰਨਾ? ਮੈਂ ਹਮੇਸ਼ਾ ਇਹ ਜਿਹੜੀ ਗੱਲ ਹੈ ਕਰਦਾ ਹੁੰਦਾ ਵੀ ਜੇ ਕਿਸੇ ਨੂੰ ਬਹੁਤ ਪੜ੍ਹਾ ਲਿਖਾ ਦਿੱਤਾ ਜਾਵੇ ਨਿਆਣੇ ਨੂੰ, ਮੈਂ ਪਹਿਲਾਂ ਬੇਨਤੀ ਕੀਤੀ ਹੈ, ਐਜੂਕੇਸ਼ਨ ਇਜ਼ ਵੈਰੀ ਕੰਪਲਸਰੀ ਇਨ ਆਵਰ ਲਾਈਫ। ਪਰ ਜੇ ਸਾਡੇ ਬੱਚਿਆਂ ਦੇ ਵਿੱਚ ਸੰਸਕਾਰ ਨਾ ਆਏ, ਤੇ ਫਿਰ ਅਸੀਂ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਅਫਸਰ ਬਣਾ ਕੇ ਵੀ ਕੀ ਕਰਨਾ? ਜੇ ਉਹਨਾਂ ਨੇ ਕਦਰ ਹੀ ਨਾ ਕੀਤੀ, ਬਜ਼ੁਰਗਾਂ ਨੂੰ ਨਾ ਪੁੱਛਿਆ, ਜਾਂ ਕਿਸੇ ਦਾ ਸਤਿਕਾਰ ਨਾ ਕੀਤਾ, ਆਦਰ ਨਾ ਕੀਤਾ। ਕਿਉਂਕਿ ਅਸੀਂ ਰੋਜ਼ ਵਿਚਰਦੇ ਹਾਂ ਨਾ ਸਮਾਜ ਦੇ ਵਿੱਚ, ਸਾਨੂੰ ਕੋਈ ਨਾ ਕੋਈ ਮੁੱਦਾ ਲੱਭ ਜਾਂਦਾ ਹੈ, ਕੋਈ ਨਾ ਕੋਈ ਵਿਚਾਰ ਮਿਲ ਜਾਂਦੀ ਹੈ। ਜਿਵੇਂ ਕੱਲ੍ਹ ਇੱਕ ਫੰਕਸ਼ਨ 'ਤੇ ਗਿਆ, ਉੱਥੇ ਮੈਨੂੰ ਬੜੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ। ਉੱਥੇ ਬੜੇ ਐਜੂਕੇਟਡ, ਬੜੇ ਪੜ੍ਹੇ ਲਿਖੇ, ਕਿਉਂਕਿ ਸਰਕਾਰੀ ਮਹਿਕਮੇ ਵਾਲੇ ਬੜੇ ਉੱਥੇ ਇਕੱਠੇ ਹੋਏ ਸਨ, ਨੌਕਰੀਆਂ ਵਾਲੇ। ਬੜਾ ਕੁਝ ਸਿੱਖਣ ਨੂੰ ਮਿਲਿਆ, ਬੜਾ ਕੁਝ ਦੇਖਣ ਨੂੰ ਮਿਲਿਆ, ਹੈਰਾਨਗੀ ਵੀ ਹੋਈ। ਇਹ ਮੈਂ ਬੜਿਆਂ ਨੂੰ ਪੁੱਛਿਆ, ਅੱਛਾ ਜੀ ਤੁਹਾਡਾ ਬੱਚਾ ਕੀ ਕਰਦਾ? ਕਹਿੰਦਾ ਜੀ ਆਹ ਡਿਗਰੀ ਕਰਦਾ, ਆਹ ਕੋਰਸ ਕਰਦਾ। ਜਿੰਨਿਆਂ ਕੋਈ ਬੈਠੇ ਮਤਲਬ ਸ਼ਹਿਰਾਂ ਦੇ ਵਿੱਚ ਪੜ੍ਹੇ ਲਿਖੇ ਬੱਚੇ ਨੇ, ਬੜੀ ਚੰਗੀ ਗੱਲ ਹੈ। ਸਾਡੀ ਧੀ ਆਹ ਕਰਦੀ ਪਈ ਹੈ, ਸਾਡਾ ਬੱਚਾ ਮੈਡੀਕਲ ਕਰਦਾ, ਸਾਡਾ ਇੰਜੀਨੀਅਰਿੰਗ ਕਰਦਾ, ਸਾਡਾ ਬੀਟੈਕ ਕਰਦਾ, ਸਾਡਾ ਐਮਟੈਕ ਕਰਦਾ। ਬਹੁਤ ਅੱਛੀ ਗੱਲ ਹੈ। ਪਰ ਮੈਂ ਉਹ ਸਾਰੇ ਬੱਚਿਆਂ ਨੂੰ ਦੇਖਾਂ, ਉਹ ਜਿੱਧਰੋਂ ਵੀ ਲੰਘਣ, ਕਿਸੇ ਬਜ਼ੁਰਗ ਨੂੰ ਵਿਸ਼ ਨਾ ਕਰਨ, ਕਿਸੇ ਨੂੰ ਸਤਿ ਸ੍ਰੀ ਅਕਾਲ ਨਾ ਬੁਲਾਉਣ, ਕਿਸੇ ਨੂੰ ਫਤਿਹ ਨਾ ਬੁਲਾਉਣ। ਕੋਈ ਆਕੜ ਕੇ ਇੱਧਰ ਨੂੰ ਲੰਘ ਜਾਏ, ਕੋਈ ਆਕੜ ਕੇ ਇੱਧਰ ਨੂੰ ਲੰਘ ਜਾਏ। ਉਹ ਮੈਂ ਕਿਹਾ ਇਹਨਾਂ ਨੂੰ ਅਕਲ ਤਾਂ ਆਈ ਨਹੀਂ, ਪੜ੍ਹਾਈ ਭਾਵੇਂ ਆ ਗਈ। ਬੱਚਿਆਂ ਨੂੰ
ਅਸੀਂ ਆਪਣੇ ਬੱਚਿਆਂ ਨੂੰ ਮੈਡੀਕਲ ਪੜ੍ਹਾਉਣਾ, ਖੁਸ਼ ਹੋ ਕੇ ਪੜ੍ਹਾਓ, ਇੰਜੀਨੀਅਰ ਬਣਾਓ, ਅਫਸਰ ਬਣਾਓ, ਬੜੀ ਚੀਜ਼ ਹੈ, ਪਰ ਉਹਨਾਂ ਨੂੰ ਸੰਸਕਾਰ ਵੀ ਦਿਓ। ਇਹ ਨਹੀਂ ਵੀ ਉਹਨਾਂ ਦੇ ਵਿੱਚ ਅਹੰਕਾਰ ਆ ਜਾਏ, ਆਕੜ ਆ ਜਾਏ, ਉਹ ਮਾਮਾ ਭੁੱਲ ਜਾਏ, ਮਾਮੀ ਭੁੱਲ ਜਾਏ, ਚਾਚਾ ਭੁੱਲ ਜਾਏ, ਚਾਚੀ ਨੂੰ ਸਿਰ ਝੁਕਾਉਣਾ ਹੀ ਭੁੱਲ ਜਾਏ, ਦੂਰੋਂ ਹੀ ਲੰਘ ਜਾਣ ਆਕੜ ਕੇ। ਤੇ ਉਹ ਚੀਜ਼ ਜਿਹੜੀ ਹੈ ਉਹ ਸਾਨੂੰ ਜਿਹੜੀ ਵਡਿਆਈ ਨਹੀਂ ਦਿੰਦੀ। ਅਸੀਂ ਕਹਾਂਗੇ ਇਹਨਾਂ ਦੇ ਮਾਂ-ਬਾਪ ਨੇ ਇਹਨਾਂ ਨੂੰ ਅਕਲ ਨਹੀਂ ਸਿਖਾਈ, ਪੜ੍ਹਾਈ ਤੇ ਦੇ ਦਿੱਤੀ, ਕੀ ਫਾਇਦਾ ਹੋਇਆ ਪੜ੍ਹਾਈ ਦਾ? ਜੇ ਕਿਸੇ ਬਜ਼ੁਰਗ ਦੇ ਪੈਰੀਂ ਹੱਥ ਨਹੀਂ ਲਾਉਣਾ, ਕਿਸੇ ਨੂੰਹ ਧੀ ਨੇ, ਕਿਸੇ ਬੱਚੇ ਨੇ ਆਪਣੇ ਵੱਡੇ ਭਰਾ ਨੂੰ, ਜਾਂ ਆਪਣੇ ਕੋਈ ਮਾਸੀ ਹੋਵੇ, ਮਾਸੜ ਹੋਵੇ, ਭੂਆ ਹੋਵੇ, ਫੁੱਫੜ ਹੋਵੇ, ਸਾਰੀਆਂ ਰਿਸ਼ਤੇਦਾਰੀਆਂ, ਚਾਹੇ ਕੋਈ ਅਫਸਰ ਕਿਉਂ ਨਾ ਲੱਗ ਜਾਏ, ਤੇਰੀ ਅਫਸਰੀ ਨੂੰ ਉਸਨੇ ਕੀ ਕਰਨਾ ਬਈ? ਤੂੰ ਉਹਨੂੰ ਰੋਟੀਆਂ ਖਵਾਉਣੀਆਂ ਨੇ, ਤੇਰੀ ਅਫਸਰੀ ਨੇ। ਤੂੰ ਅਫਸਰ ਹੋਏਗਾ ਆਪਣੇ ਘਰ, ਜਿਹੜਾ ਤੇਰਾ ਰਿਸ਼ਤਾ ਬਣਦਾ, ਤੂੰ ਆਪਣੇ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਪੈਰੀਂ ਤੇ ਮੱਥਾ ਟੇਕਦੇ, ਤੂੰ ਕਹਿੰਦਾ ਮੇਰੀ ਸ਼ਾਨ 'ਚ ਫਰਕ ਪੈ ਜਾਏਗਾ ਜੇ ਇਹਨੂੰ ਮੱਥਾ ਟੇਕ ਦਿੱਤਾ। ਇਹ ਤੇ ਵਿਚਾਲੇ ਅਨਪੜ੍ਹ ਬਜ਼ੁਰਗ ਨੇ। ਉਹ ਸ਼ਰਮ ਕਰ। ਮੈਂ ਲਫ਼ਜ਼ ਵਰਤਾਂਗਾ, ਬਾਣੀ ਵਿੱਚ ਲਿਖਿਆ, ਜੇ ਮੈਂ ਸ਼ਰਮ ਲਫ਼ਜ਼ ਵਰਤਦਾ ਤਾਂ ਤੁਹਾਨੂੰ ਇੱਕ ਨਹੀਂ ਕਈ ਕੱਢ ਕੇ ਦਿਖਾ ਦਿਆਂਗਾ। ਅਕਲ ਕਰੋ। ਜਿਹੜੇ ਬੱਚੇ ਨੌਜਵਾਨ ਪੜ੍ਹ ਲਿਖ ਗਏ ਨੇ, ਉਹ ਆਪਣੇ ਬਜ਼ੁਰਗਾਂ ਦਾ, ਵੱਡਿਆਂ ਦਾ ਸਤਿਕਾਰ ਕਰੋ। ਇਹਨੂੰ ਖਾਨਦਾਨੀ ਕਹਿੰਦੇ ਨੇ, ਇਹਨੂੰ ਸੰਸਕਾਰੀ ਕਹਿੰਦੇ ਨੇ। ਤੁਹਾਡੀ ਪੜ੍ਹਾਈ ਕੀ ਕਰਨੀ ਜੇ ਤੁਸੀਂ ਕਿਸੇ ਦਾ ਸਤਿਕਾਰ ਨਾ ਕੀਤਾ, ਕਿਸੇ ਦੇ ਅੱਗੇ ਝੁਕੇ ਨਾ, ਤੇ ਰਿਸ਼ਤਿਆਂ ਨੂੰ ਜੇ ਤਾਰ ਕਰ ਦਿੱਤਾ। ਇੱਕ ਅੰਕਲ ਲਫ਼ਜ਼ ਅਸੀਂ ਫੜ ਲਿਆ, ਇੱਕ ਆਂਟੀ ਸ਼ਬਦ ਫੜ ਲਿਆ। ਫੁੱਫੜ ਨੂੰ ਵੀ ਅੰਕਲ, ਮਾਮੇ ਨੂੰ ਵੀ ਅੰਕਲ, ਚਾਚੇ ਨੂੰ ਵੀ ਅੰਕਲ, ਤਾਏ ਨੂੰ ਵੀ ਅੰਕਲ, ਸਾਰੇ ਰਿਸ਼ਤੇ ਅਸੀਂ ਖ਼ਤਮ ਕਰਕੇ ਰੱਖ ਦਿੱਤੇ। ਇਹ ਚੀਜ਼ਾਂ ਜਿਹੜੀਆਂ ਨਿਆਣਿਆਂ ਨੂੰ ਸਿਖਾਓ, ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ, ਇਸ ਕਰਕੇ ਇਹ ਚੀਜ਼ ਦੀ ਵਿਚਾਰ ਵੀ ਕਰਨੀ ਜ਼ਰੂਰੀ ਹੈ। ਜੇ ਸਾਡੇ ਨਿਆਣਿਆਂ ਨੂੰ ਇਹ ਚੀਜ਼ ਨਾ ਪਤਾ ਲੱਗੀ ਤੇ ਫਿਰ ਫਾਇਦਾ ਕੀ ਹੈ? ਕੋਈ ਵੀ ਬੱਚਾ ਹੈ, ਕੋਈ ਵੀ ਨੂੰਹ ਧੀ ਹੈ, ਉਹਨੂੰ ਸਿਖਾਓ ਭਈ ਕਿਧਰੇ ਵੀ ਅਸੀਂ ਰਿਸ਼ਤੇਦਾਰਾਂ ਦੇ ਜਾਣਾ, ਪਹਿਲਾਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਰਿਸ਼ਤੇਦਾਰਾਂ ਨੂੰ ਮਿਲਾਓ। ਇਹ ਸਾਡਾ ਫਲਾਨੇ ਰਿਸ਼ਤੇਦਾਰੀ ਤੋਂ ਇਹ ਹੈ, ਇਹਨਾਂ ਦੇ ਮਾਂ ਬਾਪਾਂ ਦਾ ਸਾਡੇ ਨਾਲ ਬੜਾ ਗਹਿਰਾ ਰਿਸ਼ਤਾ ਸੀ, ਅਸੀਂ ਇਹਨਾਂ ਦੇ ਘਰ ਆਉਂਦੇ ਜਾਂਦੇ ਸੀ, ਰਹਿੰਦੇ ਹੁੰਦੇ ਸੀ, ਇਕੱਠੇ ਰੋਟੀ ਖਾਂਦੇ ਹੁੰਦੇ ਸੀ। ਇਹ ਚੀਜ਼ ਨਿਆਣਿਆਂ ਨੂੰ ਦੱਸੋ, ਉਹਨਾਂ ਨੂੰ ਕੋਲ ਜਾ ਕੇ। ਨਿਆਣੇ ਉੱਡੇ ਫਿਰਦੇ ਨੇ, ਇੱਧਰ ਉੱਧਰ ਤੁਰੇ ਫਿਰਦੇ ਨੇ, ਪਤਾ ਹੀ ਕੱਖ ਨਹੀਂ ਕਿਸੇ ਨੂੰ ਸੰਸਕਾਰ ਦਾ। ਇਸ ਕਰਕੇ ਜੇ ਇਹ ਚੀਜ਼ਾਂ ਨਾ ਅਸੀਂ ਸਿਖਾਈਆਂ ਨਾ, ਤੇ ਕੱਲ੍ਹ ਨੂੰ ਬੱਚਿਆਂ ਨੇ, ਉਹਨਾਂ ਬੱਚਿਆਂ ਨੇ ਤੇ ਉਹਨਾਂ ਦੇ ਅੱਗੇ ਬੱਚਿਆਂ ਨੇ, ਉਹਨਾਂ ਦਾ ਵੀ ਕੋਈ ਸਤਿਕਾਰ ਨਹੀਂ ਕਰਨਾ। ਇਸ ਕਰਕੇ ਜਿਹੜੇ ਪੜ੍ਹੇ ਲਿਖੇ ਬੱਚੇ ਨੇ, ਜਿਹੜੇ ਅਫਸਰ ਵੀ ਬਣ ਜਾਂਦੇ ਨੇ, ਜਿਹੜੇ ਸਰਕਾਰੀ ਨੌਕਰੀਆਂ ਵੀ ਕਰਦੇ ਨੇ, ਜਿਹੜੇ ਕੋਈ ਹੋਰ ਵੀ ਕਰਦੇ ਨੇ, ਉਹ ਕਿਤੇ ਹੰਕਾਰ ਵਿੱਚ ਨਾ ਰਹਿਣ ਵੀ ਅਸੀਂ ਵੱਡੇ ਹੋ ਗਏ ਤੇ ਬਾਕੀ ਛੋਟੇ ਹੋ ਗਏ। ਹਰ ਬੰਦਾ ਆਪਣੇ ਘਰ ਚੰਗੀ ਰੋਟੀ ਖਾਂਦਾ, ਚੰਗਾ ਰੱਖ ਦਿਓ, ਠੀਕ ਹੈ। ਹਰ ਬੰਦਾ ਆਪਣੇ ਘਰ ਰਾਜਾ ਹੈ। ਧਿਆਨ ਦੇਣਾ, ਜੇ ਕੋਈ ਜ਼ਿਮੀਂਦਾਰਾ ਕਰਦਾ ਹੈ ਨਾ, ਉਹ ਕਿਸੇ ਦੇ ਘਰੋਂ ਰੋਟੀ ਮੰਗ ਕੇ ਨਹੀਂ ਖਾਣ ਜਾਂਦਾ। ਜੇ ਕੋਈ ਦਿਹਾੜੀ ਧੱਪਾ ਕਰਦਾ ਤੇ ਉਹ ਵੀ ਆਪਣੇ ਘਰ ਇੱਜ਼ਤ ਦੀ ਰੋਟੀ ਖਾਂਦਾ। ਤੇ ਜੇ ਕੋਈ ਅਫਸਰ ਹੋਏਗਾ ਬਹੁਤ ਚੰਗੀ ਗੱਲ ਹੈ, ਤੇ ਪਰ ਉਸ ਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਇੱਜ਼ਤ ਕਰਨੀ ਚਾਹੀਦੀ ਹੈ। ਇਸ ਕਰਕੇ ਇਹ ਮੈਂ ਦੁਬਾਰਾ ਫਿਰ ਇਹ ਚੀਜ਼ ਜਿਹੜੀ ਹੈ ਜ਼ਰੂਰ ਬੇਨਤੀ ਕਰਾਂਗਾ। ਸਾਡੇ ਵੀ ਬੱਚੇ ਹਨ, ਸਾਡੇ ਵੀ ਬੱਚੇ ਬਹੁਤ ਵਧੀਆ ਐਜੂਕੇਸ਼ਨ ਪ੍ਰਾਪਤ ਕਰ ਰਹੇ ਨੇ, ਉਹਨਾਂ ਨੂੰ ਚੰਡੋ, ਉਹਨਾਂ ਨੂੰ ਸਮਝਾਓ ਬੱਚੇ ਕਿਵੇਂ ਆਪਾਂ ਆਪਣੀਆਂ ਰਿਸ਼ਤੇਦਾਰੀਆਂ ਵਿੱਚ, ਕਿਵੇਂ ਸਮਾਜ ਵਿੱਚ ਵਿਚਰਨਾ। ਸਾਰਿਆਂ ਨੂੰ ਬੁਲਾਓ, ਸਾਰਿਆਂ ਦਾ ਸਤਿਕਾਰ ਕਰੋ, ਸਾਰਿਆਂ ਨੂੰ ਜੀ ਆਇਆਂ ਆਖੋ, ਸਾਰਿਆਂ ਦੇ ਕੋਲ ਬਹਿ ਕੇ ਪਰਿਵਾਰ ਦੀ ਸੁੱਖ ਸਾਂਦ ਪੁੱਛੋ, ਬਜ਼ੁਰਗਾਂ ਦੀ ਸੁੱਖ ਸਾਂਦ ਪੁੱਛੋ, ਨਿਆਣਿਆਂ ਦੀ ਸੁੱਖ ਸਾਂਦ ਪੁੱਛੋ ਹੈ। ਤੇ ਜੇ ਕੋਈ ਗੱਲ ਹੀ ਨਾ ਕਰੇ, ਇੱਕ ਦੂਜੇ ਵੱਲ ਇਗਨੋਰ ਕਰੀ ਜਾਏ, ਇਗਨੋਰ ਇਜ਼ ਇਨਸਲਟ। ਇਸ ਕਰਕੇ ਜਦੋਂ ਅਸੀਂ ਇਗਨੋਰ ਕਰ ਦਿੰਦੇ ਹਾਂ ਨਾ, ਕਿਸੇ ਵੱਲ ਮਤਲਬ ਧਿਆਨ ਨਹੀਂ ਦਿੰਦੇ, ਦਿਸਦਾ ਸਾਰਾ ਹੀ ਹੁੰਦਾ ਸਾਨੂੰ, ਉੱਦਾਂ ਹੀ ਲੱਗ ਜਾਂਦੇ ਆ ਕੋਲੋਂ, ਤੇ ਉਹਦਾ ਜਿਹੜਾ ਹੈ ਉਹਦੀ ਇੱਜ਼ਤ ਨਹੀਂ ਬਣਦੀ, ਉਹਦਾ ਸਤਿਕਾਰ ਨਹੀਂ ਰਹਿੰਦਾ। ਇਸ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ, ਅੱਜ ਦੇ ਬੱਚਿਆਂ ਨੂੰ ਇਹ ਚੀਜ਼ ਦੀ ਬਹੁਤ ਜ਼ਰੂਰਤ ਹੈ। ਵਿੱਦਿਆ ਵੀ ਪੜ੍ਹੋ ਅਤੇ ਚੰਗੀਆਂ ਨੌਕਰੀਆਂ ਵੀ ਕਰੋ, ਬਾਹਰ ਵੀ ਜਾਓ, ਪਰ ਆਪਣੇ ਬਜ਼ੁਰਗਾਂ ਦਾ ਸਤਿਕਾਰ ਨਾ ਭੁੱਲੋ। ਭਾਵੇਂ ਸਾਡੇ ਬਜ਼ੁਰਗ ਕੋਈ ਨਹੀਂ ਪੜ੍ਹੇ ਲਿਖੇ, ਭਾਵੇਂ ਜੈਸੇ ਮਰਜ਼ੀ ਨੇ, ਉਹ ਸਾਡੇ ਉਹ ਮਾਂ ਬਾਪ ਹੀ ਰਹਿਣੇ ਨੇ, ਉਹ ਸਾਡੇ ਚਾਚੇ ਤਾਏ ਰਹਿਣੇ ਨੇ, ਉਹ ਸਾਡੇ ਮਾਮੇ ਮਾਮੀਏ ਰਹਿਣੇ ਨੇ, ਉਹ ਸਾਡੇ ਭੂਆ ਫੁੱਫੜ ਹੀ ਰਹਿਣੇ ਨੇ। ਤੁਸੀਂ ਜਿੱਥੇ ਮਰਜ਼ੀ ਵੱਡੇ ਬਣ ਜਾਓ,
ਕਰੋੜਾਂ ਅਰਬਾਂਪਤੀ ਬਣ ਜਾ, ਪਰ ਉਹਨਾਂ ਦਾ ਸਤਿਕਾਰ ਭਾਈ ਕਰਿਆ ਕਰੋ ਜਿੱਥੇ ਵੀ ਮਿਲਦੇ ਨੇ। ਸੋ ਇਸ ਕਰਕੇ ਇਹ ਚੀਜ਼ ਮੈਨੂੰ ਜਿਹੜੀ ਹੈ ਦੇਖਣ ਨੂੰ ਮਿਲੀ, ਮੈਨੂੰ ਬੜੀ ਹੈਰਾਨੀ ਹੋਈ। ਮੈਂ ਕਿਹਾ ਲੋਕ ਕਰਦੇ ਕੀ ਫਿਰਦੇ ਨੇ ਇਹ ਕਰਦੇ ਕੀ ਫਿਰਦੇ ਨੇ? ਕੋਈ ਉੱਧਰ ਨੂੰ ਚਲਾ ਜਾਂਦਾ, ਕੋਈ ਉੱਧਰ ਨੂੰ ਚਲਾ ਜਾਂਦਾ, ਕਿਸੇ ਨੂੰ ਕੋਈ ਸਤਿ ਸ੍ਰੀ ਅਕਾਲ ਹੀ ਨਹੀਂ ਬੁਲਾਉਂਦਾ ਜਿਵੇਂ ਪਤਾ ਨਹੀਂ ਕੀ ਮਿਲ ਗਿਆ ਹੁੰਦਾ। ਸੋ ਇਹ ਵੀ ਵਿਸ਼ਾ ਬਹੁਤ ਜ਼ਰੂਰੀ ਸੀ, ਮੈਂ ਸਾਂਝਾ ਕੀਤਾ ਭਾਈ। ਕੋਈ ਗੁੱਸਾ ਨਾ ਕਰੇ ਨੌਜਵਾਨ, ਇਹ ਕਮੀ ਹੈ ਤੁਹਾਡੇ ਵਿੱਚ ਭਾਈ। ਪਰ ਜਿਹੜੇ ਸਤਿਕਾਰ ਕਰਦੇ ਨੇ ਭਾਈ, ਉਹਨਾਂ ਦੇ ਮਾਂ-ਬਾਪ ਵੀ ਚੰਗੇ, ਉਹ ਬੱਚੇ ਵੀ ਚੰਗੇ। ਜਿਹੜੇ ਨੌਜਵਾਨ ਬੱਚੇ ਸਾਰੇ ਰਿਸ਼ਤੇਦਾਰਾਂ ਨੂੰ ਵਿਸ਼ ਕਰਦੇ ਨੇ, ਪੈਰੀ ਹੱਥ ਲਾਉਂਦੇ ਨੇ, ਮੱਥਾ ਟੇਕਦੇ ਨੇ, ਗਲੇ ਲੱਗ ਕੇ ਮਿਲਦੇ ਨੇ, ਬਜ਼ੁਰਗਾਂ ਦੀ ਸੁੱਖ ਸਾਂਦ ਪੁੱਛਦੇ ਨੇ। ਐਸੇ ਨੌਜਵਾਨ ਬੱਚਿਆਂ ਨੂੰ ਸਲੂਟ ਹੈ। ਇੱਦਾਂ ਦੀਆਂ ਧੀਆਂ ਪੁੱਤਰਾਂ ਨੂੰ ਭਾਈ ਤੁਸੀਂ ਵੀ ਚੰਗੇ, ਤੁਹਾਡੇ ਮਾਂ-ਬਾਪ ਵੀ ਚੰਗੇ, ਤੁਹਾਡਾ ਖਾਨਦਾਨ ਵੀ ਚੰਗਾ। ਨਹੀਂ ਤਾਂ ਲੋਕੀ ਕਹਿਣਗੇ ਇਹਨਾਂ ਦੇ ਮਾਂ-ਬਾਪ ਨੇ ਇਹਨੂੰ ਸਿਖਾਇਆ ਕੁਛ ਨਹੀਂ। ਮੇਰੀ ਧੀ, ਮੇਰਾ ਪੁੱਤਰ, ਮੈਂ ਆਪਣੀ ਗੱਲ ਕਰਦਾ, ਜੇ ਕਿਸੇ ਨੂੰ ਕਿਧਰੇ ਜਾ ਕੇ ਪੈਰੀ ਮੱਥਾ ਨਾ ਟੇਕੇ, ਉਹਨਾਂ ਨੂੰ ਬੁਲਾਏ ਨਾ। ਸੀ ਮੈਂ ਆਪਣੇ ਬੱਚੇ ਨੂੰ ਕਹਿੰਦਾ ਹੁੰਦਾ, ਮੈਂ ਕਿਹਾ ਮੱਥਾ ਟੇਕਿਆ ਕਰ ਸਾਰਿਆਂ ਨੂੰ। ਉਹ ਕਹਿੰਦਾ ਜਿਹਨੂੰ ਜਾਣਦਾ ਵੀ ਨਹੀਂ ਉਹਨੂੰ ਵੀ। ਮੈਂ ਕਿਹਾ ਫਿਰ ਕੀ ਹੋਏਗਾ? ਨਹੀਂ ਜਾਣਦਾ ਸੀਸੀ ਮਿਲੇਗੀ, ਫਿਰ ਕੀ ਹੈ? ਤੂੰ ਮੱਥਾ ਪੁੱਤਰ ਟੇਕਿਆ ਕਰ। ਜਦੋਂ ਤੈਨੂੰ ਨਿੱਕੇ ਹੁੰਦੇ ਨੂੰ ਆਦਤ ਬਣ ਗਈ ਨਾ, ਤੇ ਫਿਰ ਤੂੰ ਵੱਡਾ ਹੋ ਕੇ ਵੀ ਇੱਦਾਂ ਹੀ ਕਰੀ ਜਾਣਾ। ਤੈਨੂੰ ਨਿੱਕੇ ਹੁੰਦੇ ਨੂੰ ਜਦ ਮੈਂ ਸਿਖਾਇਆ ਹੀ ਨਹੀਂ, ਤੂੰ ਵੱਡਾ ਹੋ ਕੇ ਸੰਗੀ ਜਾਣਾ। ਤੂੰ ਮੈਂ ਕਿਹਾ ਤੂੰ ਜਿਹੜਾ ਵੀ ਆਉਂਦਾ ਮੱਥਾ ਟੇਕਿਆ ਕਰ। ਕਹਿੰਦਾ ਠੀਕ ਹੈ, ਮੰਨ ਗਿਆ। ਤੇ ਜੇ ਮੈਂ ਸਿਖਾਇਆ ਤੇ ਉਹ ਮੰਨ ਗਿਆ, ਤੇ ਕੱਲ੍ਹ ਨੂੰ ਉਹਦੀ ਇੱਜ਼ਤ ਤੇ ਬਣਨੀ ਮੇਰੀ ਵੀ ਬਣੇਗੀ। ਤੇ ਮੇਰਾ ਪੁੱਤਰ ਜੇ ਨਾਢੂ ਖਾਂ ਬਣ ਕੇ ਜੇ ਜੀ 4 ਅੱਖਰ ਪੜ੍ਹ ਕੇ ਦੀ ਉਹ ਕਿਸੇ ਨੂੰ ਬੁਲਾਏ ਨਾ, ਕਿਸੇ ਫੰਕਸ਼ਨ 'ਤੇ ਜਾਏ ਤੇ ਟੇਢਾ ਜਿਹਾ ਸਿੱਧੀ ਪੱਗ ਬਣ ਕੇ ਉੱਚੀ ਤੇ ਇੱਧਰ ਨੂੰ ਲੰਘ ਜਾਏ, ਉਹ ਕਹੇਗਾ ਵੀ ਅਕਲ ਨਹੀਂ ਦਿੱਤੀ ਇਹਦੇ ਪਿਓ ਨੇ, ਇੱਦਾਂ ਹੀ ਕਹੇਗਾ ਨਾ। ਤੇ ਜੇ ਮੇਰੀ ਧੀ ਕਿਸੇ ਨੂੰ ਬੁਲਾਏਗੀ ਨਾ, ਸਤਿਕਾਰ ਨਾ ਦੇਗੀ, ਤੇ ਉਹਨੂੰ ਵੀ ਇਹੀ ਕਹਿਣਗੇ ਵੀ ਇਹਨਾਂ ਦੇ ਮਾਂ-ਬਾਪ ਨੇ ਇਹਨਾਂ ਨੂੰ ਸਿਖਾਇਆ ਨਹੀਂ, ਪੜ੍ਹਾ ਤੇ ਦਿੱਤਾ। ਇਸ ਕਰਕੇ ਐਜੂਕੇਸ਼ਨ ਮੈਂ ਕਹਿੰਦਾ ਬਹੁਤ ਜ਼ਰੂਰੀ ਹੈ, ਪਰ ਸੰਸਕਾਰ ਉਹਦੇ ਤੋਂ ਵੀ ਜ਼ਰੂਰੀ ਹੈ। ਇਹਦੇ ਤੋਂ ਅੱਗੇ ਤੇ ਆਉਣਾ ਆਤਮਿਕ ਜੀਵਨ, ਉਹਦੀ ਤੇ ਗੱਲ ਹੀ ਛੱਡ ਦਿਓ, ਤੇ ਬਹੁਤ ਵੱਡਾ ਵਿਸ਼ਾ ਹੈ। ਸੋ ਆਪਣੇ ਬੱਚਿਆਂ ਨੂੰ ਸਭ ਦਾ ਸਤਿਕਾਰ ਕਰਨਾ ਸਿਖਾਈਏ, ਤੇ ਗੁਰੂ ਬੜੀ ਬਖਸ਼ਿਸ਼ ਕਰੇਗਾ। ਸਮਾਜ ਵਿੱਚ ਵੀ ਉਹ ਮਤਲਬ ਬਹੁਤ ਇੱਜ਼ਤ ਮਾਣ ਕਮਾਉਣਗੇ, ਔਰ ਬੜੀ ਕਿਰਪਾ ਵਾਹਿਗੁਰੂ ਦੀ ਹੋਏਗੀ। ਸੋ ਗੁਰੂ ਸਾਹਿਬ ਜੀ ਮਿਹਰ ਕਰਨ। ਆਓ ਲੜੀਵਾਰ ਜਿਹੜਾ ਸ਼ਬਦ ਹੈ ਉਹਦੀ ਵਿਚਾਰ ਆਰੰਭ ਕਰਦੇ ਹਾਂ। ਬਹੁਤ ਪਿਆਰਾ ਅੱਜ ਦਾ ਸ਼ਬਦ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਦਾ, ਗੁਰੂ ਨਾਨਕ ਮਹਾਰਾਜ ਜੀ ਉਚਾਰਨ ਕਰਦੇ ਨੇ। ਆਸਾ ਮਹੱਲਾ ਪਹਿਲਾ। ਸੇਵਕ ਦਾਸ ਭਗਤ ਜਨ ਸੋਈ, ਸੇਵਕ ਦਾਸ ਭਗਤ ਜਨ ਸੋਈ, ਠਾਕੁਰ ਕਾ ਦਾਸ ਗੁਰਮੁਖ ਹੋਈ। ਇਸ ਸ਼ਬਦ ਵਿੱਚ ਪਹਿਲੀ ਪੰਕਤੀ ਵਿੱਚ ਦੱਸਿਆ ਵੀ ਸੇਵਕ ਤੇ ਦਾਸ ਭਗਤ ਜਨ ਕਿਹੜਾ ਹੈ? ਗੁਰੂ ਦੇ ਸਨਮੁਖ ਰਹਿਣ ਵਾਲਾ ਸੇਵਕ ਦਾਸ ਭਗਤ ਤੇ ਜਨ ਬਣ ਸਕਦਾ। ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ, ਜਿਹੜਾ ਆਤਮਿਕ ਉਡਾਰੀ ਹੈ, ਆਤਮਿਕ ਗਿਆਨ ਹੈ, ਆਤਮਿਕ ਬਲ ਹੈ, ਉਹ ਜਦੋਂ ਤੱਕ ਕੋਈ ਸੇਵਕ ਨਹੀਂ ਬਣਦਾ, ਦਾਸ ਨਹੀਂ ਬਣਦਾ, ਇਹ ਭਗਤ ਨਹੀਂ ਬਣਦਾ, ਜਨ ਨਹੀਂ ਬਣਦਾ, ਉਦੋਂ ਤੱਕ ਇਹ ਚੀਜ਼ ਉਸ ਨੂੰ ਨਹੀਂ ਮਿਲ ਸਕਦੀ। ਸੋ ਸੇਵਕ ਦਾਸ ਭਗਤ ਜਨ ਸੋਈ, ਠਾਕੁਰ ਕਾ ਦਾਸ ਗੁਰਮੁਖ ਹੋਈ। ਸੋ ਜਿਹੜਾ ਮਹਾਰਾਜ ਜੀ ਦਾ ਦਾਸ ਹੈ, ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਉਹ ਅਸਲ ਦੇ ਵਿੱਚ ਸੇਵਕ ਹੈ, ਭਗਤ ਹੈ, ਗੁਰੂ ਦਾ ਪਿਆਰਾ ਹੈ। ਸੋ ਸਵਾਲ ਇੱਥੇ ਇਹ ਆਉਂਦਾ ਹੈ ਵੀ ਸੇਵਕ ਕਿੱਦਾਂ ਬਣਿਆ ਜਾਏ, ਦਾਸ ਕਿਵੇਂ ਬਣਿਆ ਜਾਏ। ਪੁਰਾਣੇ ਸਮਿਆਂ ਦੇ ਵਿੱਚ ਦਾਸੀਆਂ ਦਾਸ ਬਣ ਕੇ ਰਹਿੰਦੇ ਹੁੰਦੇ ਸਨ। ਦੇਖੋ, ਜੇ ਕਿਸੇ ਨੇ ਸੇਵਕ ਬਣਨਾ, ਜੇ ਕਿਸੇ ਨੇ ਦਾਸ ਬਣਨਾ, ਜੇ ਕਿਸੇ ਨੇ ਭਗਤ ਬਣਨਾ, ਉਹਦੀ ਨਿਸ਼ਾਨੀ ਕੀ ਹੈ? ਕੋਈ ਕਿਸੇ ਦੇ ਕੋਲ ਚਲਾ ਗਿਆ, ਮਹਾਂਪੁਰਖ ਕੋਲ, ਉਹ ਕਹਿੰਦਾ ਜੀ ਮੈਨੂੰ ਆਪਣਾ ਸ਼ਿਸ਼ ਬਣਾ ਲਓ, ਚੇਲਾ ਬਣਾ ਲਓ। ਉਹ ਕਹਿੰਦੇ ਵੀ ਬਣਾ ਲੈਂਦੇ ਹਾਂ, ਪਹਿਲਾਂ ਮੈਨੂੰ ਇਹ ਦੱਸ ਤੂੰ ਇੱਥੇ ਕੀ ਕਰੇਗਾ? ਕਹਿੰਦੇ ਜੀ ਜਿਹੜਾ ਕੰਮ ਕਰੋ ਕਹੋਗੇ ਮੈਂ ਫ੍ਰੀ ਕਰਾਂਗਾ, ਕੋਈ ਪੈਸਾ ਨਹੀਂ ਲਵਾਂਗਾ, ਮਿਹਨਤ ਵੀ ਨਹੀਂ ਲਵਾਂਗਾ, ਸੇਵਾ ਮਤਲਬ ਕਰਾਂਗਾ। ਕਹਿੰਦੇ ਅੱਛਾ, ਚੰਗੀ ਗੱਲ ਹੈ। ਇਹ ਕੀ ਖਾਏਗਾ ਤੂੰ? ਮਹਾਂਪੁਰਖ ਕਹਿੰਦਾ ਮੇਰਾ ਸ਼ਿਸ਼ ਬਣਨਾ, ਤੂੰ ਕੀ ਖਾਏਗਾ? ਕਹਿੰਦਾ ਜੋ ਤੁਹਾਡੇ ਕੋਲ ਬਣੇਗਾ, ਜੋ ਇੱਥੇ ਬਣੇਗਾ ਉਹੀ ਖਾਵਾਂਗਾ, ਰੁੱਖੀ ਸੁੱਖੀ ਜੋ ਤੁਸੀਂ ਖਾਂਦੇ ਹੋ ਉਹੀ ਖਾਵਾਂਗਾ, ਉਹਦੇ ਵਿੱਚ ਹੀ ਕਹਾਂਗਾ 7 ਵਚਨ। ਅੱਛਾ, ਤੂੰ ਪਹਿਨੇਗਾ ਕੀ? ਕਿਉਂਕਿ ਪਹਿਨਣ ਦੀ ਵੀ ਇੱਛਾ ਹੁੰਦੀ ਹੈ। ਕਹਿੰਦੇ ਜੀ ਜੋ ਤੁਸੀਂ ਲੀੜਾ ਕੱਪੜਾ ਦੇ ਦਿਓਗੇ, ਜੋ ਪਹਿਨਾਓਗੇ ਉਹ ਮੈਂ ਪਹਿਨਾਂਗਾ। ਅੱਛਾ ਜੀ, ਜੋ ਪਹਿਨਾਓਗੇ ਪਹਿਨਾਂਗਾ, ਜੋ ਖਵਾਓਗੇ ਮਤਲਬ ਖਾਵਾਂਗਾ, ਜਿੱਥੇ ਭੇਜੋਗੇ ਉੱਥੇ ਜਾਵਾਂਗਾ। ਕਹਿੰਦਾ ਮੈਂ ਜੇ
मतलब शिष्य हो के, दास हो के, सेवक हो के भी अपनी मन मर्जी या अपनी इच्छा रखी, फिर मैं सेवक दे दास गल। जे मैं सेवक बन के तुहाडा चेला शिष्य बन के भी कवां भी नहीं इदां नहीं, इदां इदां नहीं, इदां, तो फिर मैं सेवक थोड़ो, फिर तो मैं मैं तो डिमांड करने वाला हो गया जी। इस करके जिहड़ा सेवक हुंदा, जिहड़ा दास हुंदा, ਉਹਦੀ कोई स्पैशल इच्छा नहीं हुंदी, ਉਹਨੂੰ जो मालक दे देवे ਉਹਦੇ ਵਿੱਚ गुजारा कर लैंदा। जे थोड़ा मिल जाए थोड़े विच, जे बहुता मिल जाए बहुते विच, ते जिद्दां ਉਹ रखे, जिस हाल ਦੇ ਵਿੱਚ रखे, ਉਹ ਰੱਬ ਦੇ ਨਾਲ ना कदी भी रब ਨੂੰ ਉਲਾਂਭੇ ना देवे, रब ਦੇ ਨਾਲ ਗੱਲਾਂ करे। ਰੱਬ ਨੂੰ ਕਦੇ ਵੀ ਦੋਸ਼ ਨਹੀਂ ਦੇਈਦਾ, ਦੋਸ਼ ਆਪਣੇ ਕਰਮਾਂ ਨੂੰ ਦੇਈਦਾ, ਤੇ ਰੱਬ ਦੇ ਨਾਲ ਗੱਲਾਂ ਕਰੀਦੀਆਂ, ਰੱਬ ਦੇ ਅੱਗੇ ਆਪਣੀ ਗੱਲ ਰੱਖੀ ਦੀ ਹੈ। ਤੇ ਕਦੀ ਵੀ ਰੱਬ ਨੂੰ ਕਦੀ ਵੀ ਆਪਾਂ ਸ਼ਿਕਵਾ ਜਾਂ ਗਿਲਾ ਜਿਹੜਾ ਰੱਬ ਦੇ ਨਾਲ ਨਹੀਂ ਕਰਨਾ, ਇਹ ਸਾਨੂੰ ਸਿਖਾਇਆ ਜਾਂਦਾ। ਅਸੀਂ ਆਪਣੇ ਦਿਲ ਦੀ ਗੱਲ ਮਹਾਰਾਜ ਜੀ ਨੂੰ ਕਹਿ ਦੇਣੀ ਹੈ ਬਸ। ਜਦੋਂ ਦਿਲ ਦੀ ਗੱਲ ਮਹਾਰਾਜ ਜੀ ਨੂੰ ਕਹਿ ਦਿੱਤੀ, तो फिर गुरु महाराज जी वो बड़े ध्यान नाल सुन के ਉਹਦਾ हल करना कढ़ना शुरू कर देंदे ने। गुरु नूं मतलब दोषी नहीं बनाउणा, गुरु नूं असीं मेहरबान बनाउणा भी मेहर कर साडे ते। असीं दोषी क्यों गुरु नूं कहीए? दोष ते मेरे विच है, मैं जिंदगी विच अगे नहीं वध सकिया, मेरे च दोष है। मैं सारिਆਂ ਨੂੰ अपने भैन भरावां ਨੂੰ खुश नहीं कर सकिया, दोष ते मेरे विच है। मैं झगड़े किते, माड़ी जुबान दे नाल लड़ाइयां कीतियां, दोष ते मेरे विच है। मैनू कोई बुलाउंदा नहीं, रिश्तेदार मेरे घर आउंदा नहीं, दोष मेरे विच है। ठीक है जी। जे मेरे विच दोष ना हुंदा ते मैं सारिਆਂ ਦਾ चहेता बनदा, मेरे सारे बनदे। ये रब दा दोष नहीं है, किसी दा दोष नहीं है। दद्दे दोष ना दिओ किसे, दोष कर्मा अपने आ, जो मैं किया सो मैं पाया, दोष ना दीजै अवर जना। मनुख मनुख तो दूर हो जाता है विचारां करके, बोल बाणी करके। ਜਦੋਂ ਕਿਸੇ ਦੀ बोल बाणी विचार ਜਿਹੜੇ ਨੇ सही नहीं ਹੁੰਦੇ, फिर इंसान इंसान तो रिश्तेदार रिश्तेदारी तो चला जाता है, दूर हो जाता है। इस करके जे असीं कहीए भी लै मेरे नाल विआह होया, ਉਹ ਹੋਇਆ, रब मेरे ते मेहरबान नहीं है, नहीं रब ते मेहरबान है। बाणी विच लिखिया ए मेहरबान साहिब, मेहरबान साहिब मेरा मेहरबान, जी सगल को दे दान। परमात्मा ते सदा ही तेरी इज्जत वधाउणी चाहुंदा है। ध्यान देना, रब ते सदा ही तैनूं खुश देखना चाहुंदा है। कदी भी परमात्मा गुरु सानू दुखी रोंदा नहीं देखना चाहुंदा, नहीं देखना चाहुंदा साडा गुरु। ते साडे कोलों कुछ गलतियां हो जांदियां ने, जिहदे करके सानू इंज लगदा है भी ये किसी का दिता होया दुख है, किसी का दिता दुख नहीं, अपना ही दुख हुंदा है। सो इस करके गुरु महाराज जी, गुरु नानक देव जी की पहली पंक्ति है, सेवक दास भगत जन सोई, ठाकुर का दास गुरमुख होई। महाराज जी का दास जिहड़ा ਉਹ ਬਣਦਾ है, जिहड़ा गुरमुख ਹੁੰਦਾ है। गुरमुख ਉਹ ਹੁੰਦਾ है जिहड़ा गुरु दे मुख दे विचों निकली हुई हर गल, हर बचन दे उपर फुੱਲ चढ़ाਉਂਦਾ है। फुੱਲ चढ़ाਉਣ ਦਾ मतलब ਉਹਦੀ गुरु ਦੀ ਗੱਲ ਨੂੰ बड़े ध्यान नाल सुन के ਮੰਨਦਾ है। ਉਹਨੂੰ ਕਹਿੰਦੇ ਨੇ ਉਹ गुरु ਦਾ दास, गुरु ਦਾ ਗੋਲਾ, गुरु ਦੇ हुक्म ਨੂੰ ਮੰਨਣ वाला। ठाकुर का दास गुरमुख होई, गुरमुख ही जिहड़ा ਉਹਦਾ दास गोला बनता है। जिन सिर साजी तिन फुन गोई। जिस प्रभु ने संसार ਜਾਂ ਸਾਨੂੰ पैदा किया, उसे गुरु ने ही, उसे गुरु ने ही इस संसार ਨੂੰ खत्म करना, इस संसार ਨੂੰ बनाउणा भी उसने आपे ही। उसने साजना ते आपे ही तुम सब साजे साज निवाजे, जियो पिंड दे प्राणा, निर्गुण यारे गुण नहीं कोई, तुम दान दियो मेहरबाना, तुम करो भला हम भलो ना जानै, तुम सदा सदा दयाला। जिन सिर साजी तिन फन गोई, तिस बिन दूजा अवर ना कोई, उस तो बिना उस दे वर्गा होर कोई भी नहीं है। सच नाम गुर शब्द विचारे, गुरमुख साचे साचे दरबार।
ਸਾਚ ਨਾਮ ਗੁਰ ਸ਼ਬਦ ਵਿਚਾਰ, ਗੁਰਮੁਖ ਸਾਚੇ ਸਾਚੈ ਦਰਬਾਰ ਰਹਾਉ। ਮਹਾਰਾਜ ਜੀ ਫਰਮਾਨ ਕਰਦੇ ਨੇ, ਪਰਮਾਤਮਾ ਦੇ ਨਾਮ ਨੂੰ ਵਿਚਾਰ ਕਰਨ ਵਾਲੇ ਉਹੀ ਜਿਹੜੇ ਨੇ ਸਦਾ ਸੱਚੇ ਦਰਬਾਰ ਦੇ ਵਿੱਚ ਪ੍ਰਵਾਨ ਹੁੰਦੇ ਨੇ, ਜਾਂ ਇੰਜ ਕਹਿ ਲਈਏ ਉਹ ਦੁੱਖਾਂ ਤੋਂ, ਕਲੇਸ਼ਾਂ ਤੋਂ, ਵਿਘਨਾਂ ਤੋਂ, ਰੁਕਾਵਟਾਂ ਤੋਂ ਸੁਰਖਰੂ ਹੁੰਦੇ ਨੇ, ਜਿਹੜੇ ਸੱਚੇ ਨਾਮ ਨੂੰ ਵਿਚਾਰਦੇ ਹਨ, ਜਿਹੜੇ ਵਿਦਿਆ ਨੂੰ ਵਿਚਾਰਦੇ ਹਨ। ਸੱਚ ਅਰਜ ਸੱਚੀ ਅਰਦਾਸ। ਗੁਰੂ ਦੇ ਸਨਮੁਖ ਰਹਿ ਕੇ ਮਹਾਰਾਜ ਜੀ ਕਹਿੰਦੇ, ਆਪਣੇ ਦੋਏ ਘਰ ਜੋੜ ਕਰੋ ਅਰਦਾਸ। ਆਪਣੇ ਗੁਰੂ ਦੇ ਅੱਗੇ ਅਰਦਾਸ ਕਰ, ਸੱਚਾ ਅਰਜ। ਤੇਰੀ ਅਰਜ ਜਿਹੜੀ ਹੈ ਸੱਚੀ ਹੋਣੀ ਚਾਹੀਦੀ ਹੈ। ਧਿਆਨ ਦੇਣਾ, ਜਿਹੜੀ ਸਾਡੀ ਅਰਜ ਹੁੰਦੀ ਹੈ ਨਾ, ਜਾਂ ਜਿਹੜੀ ਸਾਡੀ ਅਰਦਾਸ ਹੁੰਦੀ ਹੈ, ਸੱਚੀ ਹੋਣੀ ਚਾਹੀਦੀ ਹੈ। ਝੂਠੀ ਵੀ ਹੁੰਦੀ ਹੈ, ਹਾਂ ਝੂਠੀ ਵੀ ਹੁੰਦੀ ਹੈ। ਜਦੋਂ ਅਸੀਂ ਅਰਜ ਕਰਦੇ ਹਾਂ, ਅਰਦਾਸ ਕਰਦੇ ਹਾਂ, ਉਹਦੇ ਵਿੱਚ ਸਰਬੱਤ ਦਾ ਭਲਾ ਮੰਗਣਾ ਹੈ। ਮੈਂ ਆਪਣੇ ਬੱਚਿਆਂ ਦੀ ਖੁਸ਼ਹਾਲੀ ਮੰਗਦਾ ਪਿਆ ਨਾ, ਅਸੀਂ ਇਹ ਕਹਿਣਾ, ਮਹਾਰਾਜ ਜੀ ਸਾਰਿਆਂ ਦੇ ਬੱਚਿਆਂ ਦਾ ਭਲਾ ਕਰੀ। ਮਹਾਰਾਜ ਜੀ ਜਿਹੜੀ ਤੰਦਰੁਸਤੀ ਮੈਂ ਮੰਗਦਾ ਪਿਆ ਨਾ, ਸਾਰੇ ਜਹਾਨ ਨੂੰ, ਸਾਰੇ ਜਗਤ ਨੂੰ ਤੰਦਰੁਸਤੀ ਦੇਵੀਂ, ਇਹ ਵੀ ਕਹਿਣਾ ਸੀ। ਇਹ ਥੋੜ੍ਹਾ ਮੈਂ ਆਪਣੇ ਲਈ ਮੰਗ ਕੇ ਤੇ ਘਰ ਨੂੰ ਚਲਾ ਜਾਵਾਂ। ਮੈਂ ਤਾਂ ਆਪਣੀ ਅਰਦਾਸ ਤੇ ਕਰ ਲਈ ਹੈ, ਕਰਦਾ ਹੀ ਹਾਂ। ਹਰ ਵੇਲੇ ਅਸੀਂ ਕਰਦੇ ਹਾਂ ਆਪਣੇ ਵਾਸਤੇ। ਅਸੀਂ ਉਹਨਾਂ ਵਾਸਤੇ ਵੀ ਅਰਦਾਸ ਕਰਦੇ ਹਾਂ। ਜਦੋਂ ਅਸੀਂ ਮੱਥਾ ਟੇਕਦੇ ਹਾਂ, ਅਰਦਾਸ ਕਰਦੇ ਹਾਂ, ਪਤਾ ਕੀ ਕਹਿੰਦੇ ਹਾਂ? ਇਹ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਦਾ ਮਤਲਬ ਕੋਈ ਇੱਦਾਂ ਦਾ ਬੰਦਾ ਹੈਗਾ ਰੱਬ ਦਾ, ਜਿਹਨੂੰ ਮਿਲ ਕੇ ਨਾ ਕੁਛ ਹੁੰਦਾ, ਜਿਸ ਨੂੰ ਮਿਲ ਕੇ ਕੁਝ ਬਦਲਦਾ, ਜਿਸ ਨੂੰ ਮਿਲ ਕੇ ਕੁਝ ਕਿਰਪਾ ਹੁੰਦੀ ਹੈ। ਤਾਂ ਹੀ ਕਿਹਾ ਨਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਇਹਦਾ ਮਤਲਬ ਅਸੀਂ ਜਦੋਂ ਆਪਣੇ ਭਲੇ ਵਾਸਤੇ ਅਰਦਾਸ ਕਰਨੀ ਹੈ, ਆਪਣੇ ਬੱਚਿਆਂ ਦੀ ਅਰਦਾਸ ਕਰਨੀ ਹੈ, ਓਨੀ ਭਾਵਨਾ ਦੇ ਨਾਲ, ਧਿਆਨ ਦੇਣਾ, ਓਨੀ ਭਾਵਨਾ ਦੇ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ। ਅਸੀਂ ਜੇ ਇੰਝ ਕਰਾਂਗੇ ਨਾ, ਸਾਡਾ ਜਿਹੜਾ ਸਾਨੂੰ ਨਫ਼ਰਤ ਕਰਨ ਵਾਲਾ ਨਾ, ਉਹ ਸਾਡੇ ਲਾਗੇ ਆ ਜਾਏਗਾ। ਕਿਉਂਕਿ ਕੁਦਰਤ ਨੇ ਉਹਦੇ ਵਿੱਚ ਨਾ ਇੱਦਾਂ ਦੀ ਇੱਕ ਭਾਵਨਾ ਭਰ ਦੇਣੀ। ਕਿਉਂਕਿ ਰੱਬ ਕਹਿੰਦਾ ਇਹ ਤਾਂ ਉਹਦੀ ਭਲੇ ਦੀ ਅਰਦਾਸ ਕਰਦਾ, ਅਤੇ ਇਹ ਉਹਦਾ ਬੁਰਾ ਸੋਚਦਾ। ਉਹਦੇ ਅੰਦਰ ਹੀ ਮਹਾਰਾਜ ਜੀ ਨੇ ਉਹਨੂੰ ਇੱਦਾਂ ਦੀ ਪ੍ਰੇਰਨਾ ਦੇਣੀ। ਮਹਾਰਾਜ ਜੀ ਕਹਿੰਦੇ, ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੇ ਮੰਦਾ। ਤੇਰਾ ਵੈਰੀ ਜਿਹੜਾ ਨਾ, ਤੇਰਾ ਵੈਰੀ ਨਹੀਂ ਰਹਿਣਾ। ਆਪਣੇ ਆਪ ਹੀ ਉਹਨੂੰ ਅੰਦਰੋਂ ਅੰਦਰ ਹੀ ਰੱਬ ਨੇ ਐਸੀ, ਕਈ ਤੁਸੀਂ ਦੇਖਣਾ, ਕਈ ਬੜੇ ਚਿਰ ਦੇ ਰੁੱਸੇ ਹੋਏ ਨਾ, ਆਪਣੇ ਆਪ ਤੁਹਾਨੂੰ ਗਲੇ ਨਾਲ ਲਾ ਲੈਂਦੇ ਨੇ, ਜਾਂ ਆਪ ਹੀ ਮੱਥਾ ਟੇਕ ਦਿੰਦੇ ਆ ਕੇ। ਕੁਦਰਤੀ ਹੈ। ਜਦੋਂ ਅਸੀਂ ਇਹ ਆਪ ਨੈਗੇਟਿਵ ਨਾ ਹੋ ਕੇ ਅਸੀਂ ਪੋਜ਼ੀਟਿਵਿਟੀ ਧਾਰਨ ਕਰਾਂਗੇ, ਮਤਲਬ ਚੰਗੇ ਵਿਚਾਰ, ਹਾਂ ਵਾਚਕ, ਮਤਲਬ ਪ੍ਰੇਮ ਦੇ ਸੂਚਕ ਸ਼ਬਦ ਅੰਦਰ ਲਿਆਵਾਂਗੇ, ਅਤੇ ਉਹ ਜਿਹੜਾ ਮੈਸੇਜ ਜਿਹੜਾ ਨਾ ਦੂਰ ਤੱਕ, ਜਦੋਂ ਕਈ ਕਹਿੰਦਾ ਨਾ, ਮੈਨੂੰ ਉਹਨੇ ਦਿਲੋਂ ਯਾਦ ਕੀਤਾ, ਮੈਨੂੰ ਮੇਰੀ ਦਿਲ ਦੀ ਆਵਾਜ਼, ਇੱਦਾਂ ਕਹਿੰਦੇ ਨੇ, ਹੈ ਨਾ। ਅਤੇ ਇਹ ਸੱਚੀ ਹੁੰਦੀ ਹੈ। ਸੱਚੀ ਦਿਲ ਦੀ ਆਵਾਜ਼ ਇੱਕ ਦੂਜੇ ਤੱਕ ਪਹੁੰਚਦੀ ਹੈ। ਅਤੇ ਜਦੋਂ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ, ਅਰਦਾਸ ਕਰਦੇ ਹਾਂ, ਸ਼ਬਦ ਆਇਆ ਸੱਚਾ ਅਰਜ ਸੱਚੀ ਅਰਦਾਸ। ਅਰਜ਼ੋਈ ਅਰਦਾਸ ਹੋਈ ਹੈ ਜਿਹਦੇ ਵਿੱਚ ਕੇਵਲ ਆਪਣਾ ਭਲਾ ਨਹੀਂ, ਆਪਣੇ ਲਈ ਡਿਮਾਂਡ ਨਹੀਂ। ਜੇ ਮੈਨੂੰ ਸੁੱਖ ਸਹੂਲਤ ਚਾਹੀਦੇ ਨੇ ਅਤੇ ਮੇਰੇ ਗੁਆਂਢੀ ਨੂੰ ਵੀ ਚਾਹੀਦੇ ਨੇ। ਸਾਰੇ ਰਾਜ ਖਾਨ ਭਾਈ, ਅਸੀਂ ਇੱਕੋ ਜਿਹੇ ਪਰਿਵਾਰ ਹਾਂ ਸਾਰੇ ਗੁਰੂ ਗੋਬਿੰਦ ਸਿੰਘ ਦਾ। ਅਸੀਂ ਵੱਖਰੇ ਵੱਖਰੇ ਥੋੜ੍ਹਾ ਹਾਂ। ਜੇ ਮੇਰਾ ਇੱਕ ਚੁਬਾਰਾ 'ਤੇ ਅਰਦਾਸ ਕਰੋ, ਮੇਰੇ ਗੁਆਂਢੀ ਦੇ 2 ਪੈ ਜਾਣ, ਕਰਕੇ ਦੇਖੋ। ਇੱਦਾਂ ਜਿਹੜਾ ਇੱਦਾਂ ਪਤਾ ਕਿਹੜਾ ਕਰੇਗਾ? ਜਿਹੜਾ ਗੁਰੂ ਨਾਨਕ ਦਾ ਅਸਲੀ ਸਿੱਖ ਹੋਏਗਾ, ਉਹ ਹੀ ਕਹੇਗਾ ਵੀ ਜਿਹੜੀ ਚੀਜ਼ ਮੈਨੂੰ ਦੇ ਰਿਹਾ ਮਹਾਰਾਜ ਜੀ, ਉਹ ਦੇ। ਜੇ ਮੇਰੇ ਬੱਚੇ ਪੜ੍ਹਾਈ 'ਚ ਅੱਗੇ ਜਾਂਦੇ ਨੇ, ਦੂਜੇ ਦੇ ਬੱਚੇ ਵੀ ਤਰੱਕੀ ਕਰਨ। ਜੇ ਮੇਰੇ ਬੱਚੇ ਬਾਹਰ ਕਮਾਈਆਂ ਕਰ ਰਹੇ ਨੇ, ਦੂਜੇ ਦੇ ਬੱਚੇ ਵੀ ਕਮਾਈ ਕਰਨ। ਇੱਦਾਂ ਦੀ ਜਦੋਂ ਕੋਈ ਅਰਦਾਸ ਕਰੇਗਾ, ਮੈਂ ਸੱਚ ਕਹਿੰਦਾ, ਉਹਦੀ ਅਰਦਾਸ ਪਹਿਲਾਂ ਪਹੁੰਚੇਗੀ ਗੁਰੂ ਸਾਹਿਬ ਕੋਲ, ਭਾਵੇਂ ਹੋਰ ਕਿਸੇ ਦੀ ਪਹੁੰਚੇ ਨਾ ਪਹੁੰਚੇ। ਕਿਉਂਕਿ ਜਿਹਨੇ ਸਰਬੱਤ ਦਾ ਭਲਾ ਮੰਗਿਆ ਨਾ, ਉਹਦਾ ਭਲਾ ਸਭ ਤੋਂ ਪਹਿਲਾਂ ਹੋਇਆ। ਇਹਦੇ ਵਿੱਚ ਦੋ ਰਾਏ ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਮਹਾਰਾਜ ਪਹਿਲਾਂ ਉਹਨੂੰ ਦਿੰਦਾ, ਇਹ ਪੱਕੀ ਗੱਲ ਹੈ। ਕਿਉਂਕਿ ਜਿਹਦਾ ਅਸੀਂ ਭਲਾ ਮੰਗਿਆ, ਹੋ ਸਕਦਾ ਅਜੇ ਉਹਦੇ ਅੰਦਰ ਨਫ਼ਰਤ ਦਾ ਬੀਜ ਹੈ, ਅਤੇ ਜਦੋਂ ਤੱਕ ਉਹਦੇ ਅੰਦਰੋਂ ਪੂਰਾ ਕਲੀਨ ਨਹੀਂ ਹੁੰਦਾ, ਸਾਫ਼ ਨਹੀਂ ਹੁੰਦਾ, ਉਦੋਂ ਤੱਕ ਉਹਦੇ ਕੋਲ ਵੀ ਬਰਕਤਾਂ ਨਹੀਂ ਜਾਂਦੀਆਂ। ਅਸੀਂ ਤਾਂ ਹੋ ਗਏ ਨਾ ਸੁਰਖਰੂ, ਅਸੀਂ ਤਾਂ ਦੁਸ਼ਮਣ ਦਾ ਭਲਾ ਮੰਗ ਲਿਆ। ਮਹਾਰਾਜ ਜੀ ਕਹਿੰਦੇ ਇਹਨੇ ਸਾਰਿਆਂ ਦਾ ਭਲਾ ਮੰਗਿਆ, ਇਹ ਤਾਂ ਸਾਫ਼ ਹੋ ਗਿਆ।
ਇਹ ਤਾਂ ਬੜਾ ਹੀ ਪਿਆਰਾ ਹੋ ਗਿਆ, ਲਓ ਇਹਨੂੰ ਦਿਓ ਦਾਤ। ਮਹਾਰਾਜ ਜੀ ਨੇ ਜਿੰਨਿਆਂ ਨੂੰ ਵੀ ਦਾਤਾਂ ਦਿੱਤੀਆਂ ਨੇ ਪਹਿਲਾਂ ਉਹਨਾਂ ਦਾ ਮਨ ਸਾਫ਼ ਦੇਖਿਆ, ਅਤੇ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਦੁਬਿਧਾ ਸੀ, ਦੂਜੇ ਪ੍ਰਤੀ ਦੁਸ਼ਮਣੀ ਸੀ, ਈਰਖਾ ਸੀ, ਅਤੇ ਉਹਨਾਂ ਨੂੰ ਮਹਾਰਾਜ ਜੀ ਨੇ ਨਾ ਗੱਦੀ ਦਿੱਤੀ, ਨਾ ਉਹਨਾਂ ਨੂੰ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ। ਅਤੇ ਜਿਨ੍ਹਾਂ ਦੇ ਮਨ ਦੇ ਵਿੱਚ ਦੇਖੋ ਬਾਬਾ ਅਮਰਦਾਸ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਇਹ ਭਾਈ ਸਾਹਿਬ ਜ਼ੋਰ ਨਾਲ ਪੈਰ ਦਾ ਠੁੱਡਾ ਮਾਰਦੇ ਨੇ ਤਖਤ 'ਤੇ ਬੈਠਿਆਂ ਨੂੰ, ਭਾਈ ਦਾਤੂ ਜੀ, ਹਾਂਜੀ ਦਾਤੂ ਜੀ ਠੁੱਡਾ ਮਾਰਦੇ ਆ। ਅਤੇ ਜੇ ਉਹ ਮਤਲਬ ਉਹਨਾਂ ਨੂੰ ਠੁੱਡਾ ਮਾਰਨ ਦੇ ਬਦਲੇ ਸੋਟਾ ਚੁੱਕ ਲੈਂਦੇ, ਕਿਹੜਾ ਜਿਹਦੇ ਕੋਲ ਪਾਵਰ ਆ ਜਾਏ, ਜਿਹੜਾ ਗੱਦੀ 'ਤੇ ਬਹਿ ਜਾਵੇ, ਕੋਈ ਬਣ ਜਾਵੇ, ਉਹ ਤਾਂ ਮਾੜਾ ਜੀ ਕਿਸੇ ਨੂੰ ਇਸ਼ਾਰਾ ਕਰਦੇ, ਉਹ ਕੁੱਟ ਕੇ ਉਹਨੂੰ ਪੂਰਾ ਉਹਦਾ ਜਾਨ ਕੱਢ ਸਕਦੇ ਨੇ, ਇਸ਼ਾਰਾ ਕਰ ਦੇਵੇ ਉਹ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਦੇਖੋ ਉਹਨਾਂ ਨੇ ਇੱਦਾਂ ਦੀ ਚੀਜ਼ ਵਰਤੀ, ਨਿਮਰਤਾ, ਇੱਦਾਂ ਦੀ ਚੀਜ਼ ਵਰਤੀ ਨਿਮਰਤਾ। ਉਹ ਕਹਿੰਦੇ ਹੋਰ ਮਾਰ ਲੈ ਮੇਰੇ ਭਾਈ, ਹੋਰ ਮਾਰ ਲੈ, ਕੋਈ ਗੱਲ ਨਹੀਂ, ਜੇ ਤੈਨੂੰ ਇਹਦੇ ਵਿੱਚ ਸ਼ਾਂਤੀ ਆਉਂਦੀ ਹੋਰ ਮਾਰ ਲੈ। ਉਹਨੂੰ ਇੱਦਾਂ ਦਾ ਭਾਈ ਦਾਤੂ ਨੂੰ ਠੋਕਰ ਵੱਜੀ, ਉਹ ਇੱਕ ਦਿਨ ਚਰਨ ਚੁੰਮਦਾ ਫਿਰੇ। ਉਹ ਮਤਲਬ ਨਿਮਰਤਾ ਇੰਨੀ ਚੀਜ਼, ਜਦੋਂ ਅਸੀਂ ਇਹ ਚੀਜ਼ਾਂ ਸਿੱਖਣੀਆਂ ਘਰਾਂ ਵਿੱਚ ਵੀ ਲਿਆਉਣੇ, ਜਦੋਂ ਕੋਈ ਚੀਜ਼ ਦਾ ਹੱਲ ਨਹੀਂ ਹੁੰਦਾ, ਕੋਈ ਚੀਜ਼ ਦਾ ਹੱਲ ਨਹੀਂ ਹੁੰਦਾ, ਅਤੇ ਉਦੋਂ ਫਿਰ ਤੁਸੀਂ ਹੱਥ ਜੋੜ ਕੇ ਮਾफ़ੀ ਮੰਗ ਲਓ। ਮੈਂ ਕਹਿੰਦਾ ਜਿਹੜਾ ਬੰਦਾ ਉੱਪਰਲੀ ਸੁਰ 'ਤੇ ਚੜ੍ਹਿਆ ਨਾ ਗੁੱਸੇ ਦੀ, ਉਹ ਥੱਲੇ ਆ ਜਾਏਗਾ। ਇਹ ਤੁਸੀਂ ਕਰਕੇ ਦੇਖੋ, ਮੈਂ ਵੀ ਕਰਕੇ ਦੇਖਿਆ। ਜਦੋਂ ਨਹੀਂ ਮਸਲੇ ਹੱਲ ਹੁੰਦੇ, ਝਗੜੇ ਵੱਧਦੇ ਜਾਂਦੇ, ਕਹਿ ਦਿਓ ਵੀ ਗਲਤੀ ਹੋ ਗਈ। ਉਹ ਕੱਲ੍ਹ ਮੈਂ ਆ ਰਿਹਾ ਸੀ ਕਿਤੇ ਫੰਕਸ਼ਨ ਤੋਂ, ਅਤੇ ਟ੍ਰੈਫਿਕ ਦੇ ਵਿੱਚ ਗੱਡੀ ਸਾਡੀ ਫਸ ਗਈ, ਅਤੇ ਜਿਹੜਾ ਮੈਂ ਡਰਾਈਵਰ ਲੈ ਗਿਆ, ਉਹਨੇ ਕਿਸੇ ਦੇ ਬੈਕ ਗੱਡੀ ਉਹਦੇ ਵਿੱਚ ਮਾਰਨ ਲੱਗਾ। ਉਹ ਬੰਦਾ ਬੜਾ ਗੁਰਸਿੱਖ ਅਤੇ ਚੜ੍ਹਦੀ ਕਲਾ ਵਾਲਾ। ਉਹ ਕਹਿੰਦਾ ਕੱਲ੍ਹ ਮੈਂ ਅਜੇ 10-20 ਹਜ਼ਾਰ ਗੱਡੀ 'ਤੇ ਲਾਇਆ, ਅਤੇ ਮੈਂ ਅੱਗੇ ਚਲ ਗਿਆ, ਅਤੇ ਉਹ ਡਰਾਈਵਰ ਨੂੰ ਗਲੋਂ ਲੱਗਾ ਸੀ ਫੜਨ, ਅਤੇ ਜਦੋਂ ਉਹਨੇ ਮੈਨੂੰ ਦੇਖ ਲਿਆ ਅਤੇ ਉਹ ਠੰਡਾ ਹੋ ਗਿਆ, ਅਤੇ ਉਹ ਡਰਾਈਵਰ ਨੂੰ ਪਤਾ ਲੱਗ ਗਿਆ ਵੀ ਮੇਰੀ ਗਲਤੀ ਹੈ, ਸਾਡੇ ਡਰਾਈਵਰ ਨੂੰ। ਉਹ ਕਹਿੰਦਾ ਭਾਜੀ ਮੈਨੂੰ ਮਾफ़ ਕਰ ਦਿਓ, ਮੇਰੇ ਕੋਲ ਗਲਤੀ ਹੋ ਗਈ। ਕਿੱਥੇ ਉਹ ਹੱਥ ਤੱਕ ਚੱਕਰ ਲੱਗਾ ਸੀ, ਕਿੱਥੇ ਉਹਨੇ ਆਪਣੇ ਕਲਾਵੇ ਵਿੱਚ ਲਿਆ। ਕਹਿੰਦਾ ਚੱਲ ਵੀਰ ਕੋਈ ਗੱਲ ਨਹੀਂ। ਮੈਂ ਕਿਹਾ ਉਹ ਤੂੰ ਮੈਸੇਜ ਮਿਲਦਾ, ਸਿੱਖਿਆ ਮਿਲਦੀ ਹੈ। ਮੈਂ ਕਿਹਾ ਦੇਖਿਆ, ਜੇ ਤੂੰ ਮਾੜਾ ਜਿਹਾ, ਕਿਉਂ ਗਲਤੀ ਵੀ ਤੇਰੀ ਸੀ, ਤੂੰ ਮਾੜਾ ਜਿਹਾ ਔਖਾ ਹੁੰਦਾ, ਉਹਨੇ 2 ਤੇਰੇ ਚਪੇੜਾਂ ਸੁੱਟ ਦੇਣੀਆਂ ਸੀ। ਅਤੇ ਜੇ ਤੂੰ ਕਿਹਾ ਭਾਜੀ ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਮਾफ़ ਕਰ ਦਿਓ, 2 ਲਫ਼ਜ਼ ਬੋਲੇ ਤੂੰ, ਭਾਜੀ ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਮਾफ़ ਕਰ ਦਿਓ, ਉਹਨੇ ਤੈਨੂੰ ਬਾਂਹ ਖਿੱਚ ਕੇ ਆਪਣੇ ਮਤਲਬ ਕਲਾਵੇ ਵਿੱਚ ਲੈ ਕੇ ਕਹਿੰਦਾ ਚੱਲ ਜਾ ਯਾਰ ਕੋਈ ਗੱਲ ਨਹੀਂ। ਹਾਂ ਗੱਲ ਬਣ ਗਈ ਨਾ। ਅਤੇ ਜੇ ਅਸੀਂ ਆਕੜੇ ਫਿਰਦੀਏ ਘਰਾਂ ਵਿੱਚ ਵੀ, ਭਰਾ ਦੇ ਨਾਲ ਆਕੜਿਆ ਫਿਰੇ, ਨੂੰਹ ਸੱਸ ਦੇ ਨਾਲ ਆਕੜੀ ਫਿਰੇ, ਸੱਸ ਨੂੰਹ ਦੇ ਨਾਲ ਆਕੜੀ ਫਿਰੇ, ਸਾਰਿਆਂ ਵਾਸਤੇ ਹੈ, ਇੱਕ ਵਾਸਤੇ ਨਹੀਂ। ਅਤੇ ਭੈਣ ਦੇ ਅੱਗੇ ਆਕੜੀ ਰਹੇ, ਕਿਸੇ ਦਾ ਮਸਲਾ ਹੱਲ ਨਹੀਂ ਹੋਣਾ, ਦੂਰ ਹੀ ਰਵਾਂਗੇ ਹਮੇਸ਼ਾ। ਭੈਣ ਤੋਂ ਦੂਰ ਰਹੇਗੀ, ਭਾਈ ਤੋਂ ਦੂਰ ਹੋਏਗਾ। ਉਹ ਇੱਕ ਦਿਨ ਪੈ ਜਾਓ, ਜੇ ਵੱਡਾ ਹੈ ਇਹ ਵੱਡੇ ਦੇ ਪੈਰੀ ਪੈ ਜਾਓ, ਕੋਈ ਫਿਰ ਕੀ ਹੈ। ਜੇ ਗਾਲ ਕਿਸੇ ਨੇ ਕੱਢ ਦਿੱਤੀ, ਉਹ ਕੱਖ ਨਹੀਂ ਵਿਗੜਦਾ, ਕੀ ਹੋ ਗਿਆ। ਜੇ ਕਿਸੇ ਨੇ, ਕੋਈ ਮਾਂ ਨੇ, ਸੱਸ ਨੇ ਕਹਿ ਦਿੱਤਾ, ਵੱਡੇ ਭਾਈ ਨੇ ਵੀ ਕਹਿ ਦਿੱਤਾ, ਕੋਈ ਗੱਲ ਹੀ ਕੋਈ ਨਹੀਂ, ਫਿਰ ਕੀ, ਕਹਿ ਦਿੱਤਾ। ਐਵੇਂ ਨਾ ਗੁੱਸਾ ਕਰਿਆ ਕਰੋ। ਮਾਵਾਂ ਬੜਾ ਕੁਛ ਕਹਿ ਦਿੰਦੀਆਂ ਨੇ, ਸੱਸਾਂ ਬੜਾ ਕੁਛ ਕਹਿ ਦਿੰਦੀਆਂ, ਪੇਕੇ ਘਰ ਵੀ ਤਾਂ ਸਾਨੂੰ ਦੇਖੋ ਮਾਵਾਂ ਕਈ ਕੁਛ ਕਹਿ ਹੀ ਦਿੰਦੀਆਂ ਨੇ। ਛੋਟਿਆਂ ਹੁੰਦਿਆਂ ਨੂੰ, ਹੁਣ ਵੱਡਿਆਂ ਨੂੰ ਵੀ ਕਈ ਵਾਰ ਕੋਈ ਗਾਲਾਂ ਕੱਢ ਹੀ ਪੈ ਹੀ ਜਾਂਦੀਆਂ, ਫਿਰ ਕੀ ਆ। ਜੇ ਕਹਿ ਦਿੱਤਾ ਤੇ ਕਹਿ ਦਿੱਤਾ। ਬਜ਼ੁਰਗ ਨੇ ਭਾਈ, ਹੱਕ ਰੱਖਦੇ ਨੇ, ਉਹ ਹੱਕ ਰੱਖਦੇ ਨੇ। ਅਤੇ ਨਿੱਕੀ ਜਿਹੀ ਕੋਈ ਗੱਲ ਕਹਿ ਦਈਏ ਅਤੇ ਗੁੱਸਾ ਨਾ ਕਰੋ, ਮੇਰੀਆਂ ਭੈਣਾਂ ਨੂੰਹਾਂ, ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਲੈ ਇੱਦਾਂ ਕਹਿ ਦਿੱਤਾ, ਤੇਰੀ ਇੱਜ਼ਤ ਰੁਲ ਗਈ। ਉਹ ਫਿਰ ਕੋਈ ਭੈਣੇ ਕੁਛ ਨਹੀਂ ਹੁੰਦਾ, ਉਹਨੇ ਜੰਮਿਆ ਉਹਨੂੰ, ਉਹਨੇ ਨਲੀਆਂ ਸਾਫ਼ ਕੀਤੀਆਂ ਨੇ, ਕਹਿ ਦਿੱਤਾ ਤਾਂ ਕਹਿ ਦਿੱਤਾ। ਅਸੀਂ ਬੁੱਢੇ ਵੀ ਹੋ ਜਾਏ ਅਤੇ ਆਪਣੇ ਮਾਂ ਬਾਪ ਦੇ ਧੀਆਂ ਪੋਤੀ ਰਹਿਣਾ, ਠੀਕ ਨਾ। ਐਵੇਂ ਨਾ ਉਕਸਾਇਆ ਕਰੋ ਕਿਸੇ ਨੂੰ ਵੀ ਇੱਦਾਂ ਹੋ ਗਿਆ, ਆਹ ਮਾਂ ਨੇ ਕਹਿ ਦਿੱਤਾ, ਆਹ ਬਾਪੂ ਨੇ ਕਹਿੰਦਾ ਤਾਂ ਕਿਹਾ, ਉਹਦਾ ਉਹਨੂੰ ਪ੍ਰੇਮ ਨਾਲ ਸਮਝਾ ਦਿਓ ਭਾਈ, ਹੁਣ ਸਿਆਣੇ ਹੋ ਗਏ ਆ ਬੜੇ ਤਰੀਕੇ ਦੇ ਨਾਲ। ਪਰ ਇਹ ਨਹੀਂ ਵੀ ਇੱਕ ਦੂਜੇ ਨੂੰ ਭੜਕਾਓ, ਇੱਕ ਦੂਜੇ ਨੂੰ ਪਿਆਰ ਦੇ ਨਾਲ ਅਸੀਂ ਸਮਝਾ ਕੇ ਅਤੇ ਘਰ ਨੂੰ ਸਵਰਗ ਬਣਾਈਏ। ਇਹ ਪੰਕਤੀ ਚੱਲ ਰਹੀ ਸੀ, ਸੱਚਾ ਅਰਜ਼, ਸੱਚੀ ਅਰਦਾਸ। ਅੰਦਰੋਂ ਬੜੇ ਪ੍ਰੇਮ ਨਾਲ, ਭਾਵਨਾਵਾਂ ਦੇ ਨਾਲ ਰਿਸ਼ਤਿਆਂ ਨੂੰ ਗੂੜ੍ਹਾ ਕੀਤਾ ਜਾ ਸਕਦਾ ਹੈ, ਰਿਸ਼ਤਿਆਂ ਦਾ ਨਿੱਘ ਲਿਆ ਜਾ ਸਕਦਾ ਹੈ, ਅਤੇ ਆਪਣੇ ਗੁਰੂ ਦੀ ਮਿਹਰ ਦਾ ਬੰਦਾ ਪਾਤਰ ਬਣ ਸਕਦਾ। ਜੇ ਸੱਚੀ ਅੰਦਰੋਂ ਅਰਦਾਸ ਭਿੱਜ ਕੇ ਕੀਤੀ ਜਾਏ, ਗੁਰੂ ਤੁਹਾਡੇ ਅੱਗੇ ਢੇਰ ਲਾ ਦੇਗਾ ਮਾਇਆ ਦੇ। ਅਸੀਂ ਮਾਇਆ ਉਹਦੇ ਕੋਲ ਮੰਗਦੇ ਹਾਂ, ਪਤਾ ਨਹੀਂ ਉਹ ਕੀ ਕਰ ਦਿੰਦਾ। ਮੈਂ ਸੱਚੀ ਗੱਲ ਕਹਿੰਦਾ, ਜਿਹੜੀ ਚੀਜ਼ ਨੂੰ ਅਸੀਂ ਤਰਸਦੇ ਹਾਂ ਨਾ, ਉਹ ਚੀਜ਼ਾਂ ਆ ਕੇ ਡਿੱਗਦੀਆਂ ਨੇ। ਆਹ ਲੈ ਲਓ। ਮਹਾਰਾਜ ਸੱਚੀ ਕਰਦੇ ਨੇ। ਜਿਹੜਾ ਅੰਦਰੋਂ ਸੱਚੀ ਭਾਵਨਾ ਨਾਲ ਅਰਦਾਸ ਕਰਦਾ, ਮੈਲੀ ਖਸਮ ਸੁਣੇ ਸਾਵਾਸ। ਮਹਿਲ ਮਤਲਬ ਉਹ ਮਾਲਕ, ਉਹ ਖਸਮ, ਮਹਿਲੀ ਖਸਮ ਸੁਣੇ ਸ਼ਾਬਾਸ਼। ਉਹ ਜਦੋਂ ਇੱਦਾਂ ਦੀ ਅਸੀਂ ਅਰਦਾਸ ਕਰਦੇ ਹਾਂ, ਸਾਨੂੰ ਕਹਿੰਦੇ ਨੇ, ਉਹ ਗੁਰੂ ਕਹਿੰਦਾ ਸ਼ਾਬਾਸ਼, ਬੜਾ ਤੂੰ ਪੁੱਤਰ ਚੰਗਾ, ਤੂੰ ਇੰਨੀ ਚੰਗੀ ਮੰਗ ਕੀਤੀ ਹੈ,
ਤੂੰ ਆਪਣੇ ਭਰਾਵਾਂ ਦਾ ਵੀ ਭਲਾ ਮੰਗਿਆ ਹੈ। ਜਦੋਂ ਅਸੀਂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੰਦਰੋਂ, ਤੇ ਮਹਾਰਾਜ ਜੀ ਕਹਿੰਦੇ ਮਾਲਕ ਬੜਾ ਹੀ ਖੁਸ਼ ਹੁੰਦਾ, ਇਹ ਆਪਣੇ ਸਾਰੇ ਭੈਣ ਭਰਾਵਾਂ ਦਾ ਭਲਾ ਮੰਗ ਰਿਹਾ। ਸੱਚੇ ਤਖਤ ਬੁਲਾਵੈ ਸੋਏ, ਉਹਨੂੰ ਆਪਣੇ ਕੋਲ ਬੁਲਾ ਲੈਂਦਾ, ਉਹਨੂੰ ਆਪਣੇ ਨੇੜੇ ਬਹਾ ਲੈਂਦਾ, ਉਹਨੂੰ ਆਪਣੀ ਜਗ੍ਹਾ ਤੋਂ ਉੱਠ ਕੇ ਹੀ ਪਰਾਂ ਹੋ ਜਾਂਦਾ, ਬਹਾ ਲੈਂਦਾ। ਗੁਰੂਆਂ ਨੇ ਬਹਾਇਆ ਨਹੀਂ ਆਪਣੀ ਜਗ੍ਹਾ 'ਤੇ। ਤੁਸੀਂ ਦੇਖਣਾ ਜਦੋਂ ਅਸੀਂ ਬਹੁਤ ਜ਼ਿਆਦਾ ਚੰਗੇ ਬਣ ਜਾਵਾਂਗੇ ਨਾ, ਫਿਰ ਸਾਹਮਣੇ ਵਾਲਾ ਬੰਦਾ ਕਈ ਵਾਰ ਨਾ ਕੁਰਸੀ ਤੋਂ ਉੱਠ ਕੇ ਕਹਿੰਦਾ ਇਹ ਇੱਥੇ ਬੈਠੋ, ਆਪਣਾ ਮੰਜਾ ਪਲੰਘ ਛੱਡ ਕੇ ਕਹਿੰਦਾ ਉੱਠ ਕੇ ਕਹਿੰਦਾ ਇੱਥੇ ਬੈਠੋ। ਉਹਦੇ ਗੁਣ ਦੇਖ ਲੈਂਦਾ, ਉਹਨੂੰ ਉਹਦੀ ਤਮੀਜ਼ ਦੇਖ ਲੈਂਦਾ, ਉਹਨੂੰ ਤਮੀਜ਼, ਉਹਦੀ ਬੋਲ ਬਾਣੀ, ਉਹਦਾ ਸਤਿਕਾਰ, ਉਹਦਾ ਪਿਆਰ ਦੇ ਕੇ ਉਹ ਆਪਣੀ ਜਗ੍ਹਾ ਛੱਡ ਕੇ ਆਪ ਦੂਜੇ ਪਾਸੇ ਤੁਸੀਂ ਇੱਥੇ ਬੈਠੋ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਸੱਚੇ ਤਖਤ ਬੁਲਾਵੇ ਸੋਏ। ਜਦੋਂ ਅਸੀਂ ਗੁਰੂ ਨਾਲ ਪਿਆਰ ਕਰਾਂਗੇ, ਗੁਰੂ ਦਾ ਸਤਿਕਾਰ ਕਰਾਂਗੇ, ਗੁਰੂ ਆਪਣੀ ਗੋਦ ਵਿੱਚ ਬਿਠਾਏਗਾ। ਅਸੀਂ ਜਿੰਨੇ ਬੈਠੇ ਹਾਂ ਇਹਨੂੰ ਗੁਰੂ ਦੀ ਗੋਦ ਕਹਿੰਦੇ ਨੇ। ਇਸ ਕਰਕੇ ਗੁਰੂ ਫਿਰ ਇੱਕ ਦਿਨ ਆਪਣੀ ਜਗ੍ਹਾ 'ਤੇ ਵੀ ਬਿਠਾ ਲੈਂਦਾ। ਆਪਣੀ ਜਗ੍ਹਾ 'ਤੇ ਬਿਠਾਉਣ ਦਾ ਮਤਲਬ ਇਹ ਨਹੀਂ ਵੀ ਕੋਈ ਕਿਸੇ ਕੁਰਸੀ 'ਤੇ ਬਹਿਣਾ, ਮਤਲਬ ਗੁਰੂ ਆਪਣਾ ਰੂਪ ਦੇ ਦਿੰਦਾ। ਗੁਰੂ ਆਪਣਾ ਰੂਪ ਦੇ ਦਿੰਦਾ। ਜਿੰਨੇ ਗੁਰੂ ਦੇ ਵਿੱਚ ਗੁਣ ਨੇ ਉਹ ਸਾਰੇ ਆਪਣੇ ਉਸ ਸਿੱਖ ਦੇ ਵਿੱਚ, ਆਪਣੇ ਦਾਸ ਵਿੱਚ ਗੁਰੂ ਭਰ ਦਿੰਦਾ। ਇਹਨੂੰ ਉਹ ਕਹਿੰਦੇ ਨੇ ਗੁਰੂ ਦੀ ਜਗ੍ਹਾ 'ਤੇ ਬਹਿਣਾ, ਗੁਰੂ ਦਾ ਰੂਪ ਹੋਣਾ, ਗੁਰੂ ਆਪਣੀ ਜਗ੍ਹਾ 'ਤੇ ਬਿਠਾਉਣ ਦਾ। ਜਗ੍ਹਾ 'ਤੇ ਉਹਨੂੰ ਕੋਈ ਬਿਠਾਉਂਦਾ ਨਾ ਜਿਹੜਾ ਕਾਬਲ ਹੋਵੇ। ਭਾਈ ਲਹਿਣਾ ਜੀ ਨੂੰ ਤਾਂ ਹੀ ਵਾਇਆ ਜਦੋਂ ਉਹ ਕਾਬਲ ਸੀ। ਸੱਚੇ ਤਖਤ ਬੁਲਾਵੇ ਸੋਏ, ਇਸ ਕਰਕੇ ਉਸ ਨੂੰ ਹੀ ਬੁਲਾਉਂਦਾ, ਉਸ ਨੂੰ ਬਹਾਉਂਦਾ ਜਿਹਦੇ ਵਿੱਚ ਗੁਣ ਹੋ ਜਾਂਦੇ ਨੇ। ਗੁਣ ਪੈਦਾ ਕਰ ਲਓ, ਦੁਨੀਆ ਤੁਹਾਡੇ ਪਿੱਛੇ ਹੋਏਗੀ। ਨਾ ਹੋਵੇ ਤੇ ਦੱਸ ਦੇਣਾ। ਤੁਸੀਂ ਗੁਣ ਪ੍ਰਗਟ ਕਰ ਲਓ। ਸਾਨੂੰ ਕੀ ਜ਼ਰੂਰਤ ਹੈ ਕਿਸੇ ਦੇ ਕੋਲ ਜਾ ਕੇ ਜੀ ਮੈਂ ਇੱਦਾਂ। ਗੁਣ ਪੈਦਾ ਕਰ ਲਿੱਤੇ ਜਾਣ। ਦੁਨੀਆ ਨੂੰ ਸਾਡੀ ਲੋੜ ਪਵੇ, ਦੁਨੀਆ ਸਾਨੂੰ ਕਹੇ ਵੀ ਇਹ ਬੰਦੇ ਦੀ ਲੋੜ ਹੈ, ਇਹਦੇ ਬਗੈਰ ਨਹੀਂ ਸਰਦਾ, ਲੋਕ ਆ ਕੇ ਕਹਿਣ, ਪਰ ਉਹਦੇ ਲਈ ਗੁਣ ਅੰਦਰ ਪੈਦਾ ਕਰਨੇ ਪੈਣਗੇ। ਉਹਦੇ ਲਈ ਅੰਦਰੋਂ ਜਿਹੜਾ ਹੈ ਇਹ ਮਤਲਬ ਝੁਕਣਾ ਪਏਗਾ, ਨਿਮਰਤਾ ਲਿਆਉਣੀ ਪਏਗੀ, ਸਭ ਨਾਲ ਪਿਆਰ ਕਰਨਾ ਪਏਗਾ, ਸਾਰਿਆਂ ਦਾ ਸਤਿਕਾਰ ਕਰਨਾ ਪਏਗਾ। ਫਿਰ ਦੁਨੀਆ ਜਿਹੜੀ ਹੈ ਉਹ ਰਾਜ ਵੀ ਦੇ ਦਿੰਦੀ ਹੈ। ਅਤੇ ਜਦੋਂ ਕੋਈ ਕਿਸੇ ਨੂੰ ਸਤਿਕਾਰ ਦੇਣਾ ਬੰਦ ਕਰ ਦੇਵੇ, ਲੋਕਾਂ ਨੂੰ ਉਲਝਾਉਣਾ ਸ਼ੁਰੂ ਕਰ ਦੇਵੇ, ਉਹ ਬੰਦਾ ਜਿਹੜਾ ਨਾ ਬੈਕ ਚਲਾ ਜਾਂਦਾ, ਬਹੁਤ ਪਿੱਛੇ ਚਲਾ ਜਾਂਦਾ, ਔਰ ਉਹਦੀ ਜਿਹੜੀ ਪ੍ਰੋਗਰੈਸ ਹੈ, ਵਿਕਾਸ ਜਿਹੜਾ ਉਹਦਾ ਰੁਕ ਜਾਂਦਾ। ਤੇਰਾ ਤਾਣ ਤੂੰ ਹੈ ਦੀਵਾਨ, ਸਾਰਿਆਂ ਦਾ ਤੂੰ ਤਾਣ ਹੈ, ਸਾਰਿਆਂ ਦਾ ਤੂੰ ਮਾਣ ਹੈ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ। ਤੂੰ ਮੇਰਾ ਤਾਣ ਹੈ, ਤੂੰ ਮੇਰਾ ਦੀਵਾਨ ਹੈ। ਮਤਲਬ ਤਾਣ ਦੀਵਾਨ ਦਾ ਮਤਲਬ ਆਸਰਾ ਹੈ, ਤੂੰ ਮੇਰਾ ਆਸਰਾ, ਹੋਰ ਮੇਰਾ ਕੋਈ ਆਸਰਾ ਨਹੀਂ, ਤੂੰ ਮੇਰਾ ਆਸਰਾ ਹੈ। ਸਤਸੰਗ ਜੀ ਜਦੋਂ ਗੁਰੂ ਦੇ ਨਾਲ ਇੱਦਾਂ ਵਿਚਾਰਾਂ ਕਰੀਦੀਆਂ, ਮਨ ਨਾ ਸਾਰੀ ਗੰਦਗੀ ਅੰਦਰੋਂ ਨਿਕਲ ਜਾਂਦੀ, ਹਲਕਾ ਹੋ ਜਾਂਦਾ। ਜਿੰਨਾ ਬੋਝ ਪਿਆ ਹੁੰਦਾ ਨਾ ਸੰਸਾਰ ਦੀਆਂ ਮਾੜੀਆਂ ਚੀਜ਼ਾਂ ਦਾ, ਇੱਕ ਗੁਰੂ ਦੇ ਗੋਦ ਵਿੱਚ ਹੀ ਖਾਲੀ ਹੁੰਦਾ। ਇਹ ਸੱਚੀ ਗੱਲ ਹੈ। ਗੁਰੂ ਦੀ ਹਾਜ਼ਰੀ ਭਰਿਆ ਕਰੋ, ਗੁਰੂ ਦੇ ਚਰਨਾਂ ਵਿੱਚ ਆਇਆ ਕਰੋ। ਜਿਹੜੇ ਨਹੀਂ ਆਉਂਦੇ ਭਾਈ ਆ ਕੇ ਦੇਖੋ, ਇੱਦਾਂ ਲੱਗੇਗਾ ਵੀ ਜਿਵੇਂ ਨਾ ਬੋਝ ਉਤਰ ਗਿਆ। ਆ ਕੇ ਦੇਖੋ, ਸੁਣ ਕੇ ਦੇਖੋ, ਗਾ ਕੇ ਦੇਖੋ, ਜਪ ਕੇ ਦੇਖੋ। ਤੁਸੀਂ ਇੱਦਾਂ ਕਰੋਗੇ ਵੀ ਪਤਾ ਨਹੀਂ ਸਾਰੇ ਜਨਮਾਂ ਦਾ ਹੀ ਭਾਰ ਉਤਰ ਗਿਆ। ਜਿਹੜਾ ਬੋਝ ਪਿਆ ਸੀ ਨਾ ਮਨ 'ਤੇ, ਹਲਕਾ ਹੋ ਗਿਆ ਬੰਦਾ। ਤੁਸੀਂ 2-4 ਗੁਰੂ ਦੇ ਅੱਗੇ ਗੱਲਾਂ ਕਰੋ, ਗੁਰੂ ਦੀਆਂ ਵਿਚਾਰਾਂ ਸੁਣੋ। ਇੱਦਾਂ ਜਾਓਗੇ ਘਰ ਨੂੰ ਜਿਵੇਂ ਕੋਈ ਤੁਹਾਡਾ ਦੁੱਖ ਗੁਰੂ ਨੇ ਰੱਖ ਲਿਆ, ਸਾਰੇ ਦੁੱਖ ਰੱਖ ਲਏ। ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਦੇਖੋ ਧੀ ਮਿਲਣ ਆਉਂਦੀ ਹੈ ਨਾ ਘਰ, ਬੜੀਆਂ ਸੌਖੀਆਂ ਉਦਾਹਰਨਾਂ ਮੈਂ ਦਿੰਦਾ। ਮਾਂ ਬਾਪ ਬਜ਼ੁਰਗ ਕੀ ਕਰਦੇ, ਜੋ ਧੀ ਨੂੰ ਤੋਰਨ ਲੱਗਦੇ ਨੇ ਉਹਨੂੰ ਕਈ ਚੀਜ਼ਾਂ ਦੇ ਦਿੰਦੇ ਨੇ। ਕੋਈ ਲਸਣ ਪਾ ਦਿੰਦਾ, ਕਿਸੇ ਨੇ ਗੁੜ ਕੱਢਿਆ ਹੋਵੇ ਗੁੜ ਪਾ ਦਿੰਦਾ, ਕਿਸੇ ਦੇ ਘਰ ਕੋਈ ਚੀਜ਼ ਘਰ ਦੀ ਹੋਵੇ ਉਹਨੂੰ ਪਾ ਦਿੰਦਾ, ਚੌਲ ਪਾ ਦਿੰਦਾ, ਆਹ ਪਾ ਦਿੰਦਾ। ਉਹ ਮਤਲਬ ਉਹਨੂੰ ਨਾ ਐਨ ਰਜਾ ਕੇ ਭੇਜਦਾ। ਕਿਉਂ? ਕਿਉਂਕਿ ਉਹ ਲਾਡਲੀ ਹੁੰਦੀ ਹੈ, ਉਹ ਲਾਡਲਾ ਹੁੰਦਾ। ਅਤੇ ਗੁਰੂ ਦਾ ਬੱਚਾ, ਗੁਰੂ ਦਾ ਪੁੱਤਰ, ਗੁਰੂ ਦਾ ਪਿਆਰਾ ਕੀ ਹੁੰਦਾ ਨਾ, ਪ੍ਰਤਪਾਲੇ ਬਾਰਕ ਕੀ ਨਿਆਈ ਜੈਸੇ ਮਾਤ ਪਿਤਾਈ। ਮਾਤਾ ਪਿਤਾ ਹੀ ਮਤਲਬ ਜਿਵੇਂ ਮਾਤਾ ਪਿਤਾ ਆਪਣੀ ਧੀ ਨੂੰ ਸੋਹਣਾ ਤੋਰਦੇ ਨੇ, ਆਪਣੇ ਪੁੱਤਰ ਨੂੰ ਕਿਤੇ ਬਾਹਰ ਭੇਜਦੇ ਨੇ, ਕਿੰਨੀਆਂ
ਰੀਝਾਂ ਸਧਰਾਂ ਦੇ ਨਾਲ ਉਹਦੀ ਨਜ਼ਰ ਤੱਕ ਉਤਾਰਦੇ ਹਨ। ਕਾਲਾ ਟਿੱਕਾ ਵੀ ਲਾਉਂਦੇ ਨੇ, ਖੰਡ ਵੀ ਮੂੰਹ 'ਚ ਪਾਉਂਦੇ ਨੇ, ਦਹੀਂ ਵੀ ਛਕਾਉਂਦੇ ਨੇ। ਕਿਉਂ ਛਕਾਉਂਦੇ ਹਨ? ਪਿਆਰ ਕਰਕੇ ਹੀ ਨੇ। ਜਿਹਦੇ ਨਾਲ ਪਿਆਰ ਨਹੀਂ ਹੁੰਦਾ ਉਹਦੇ ਨਾਲ ਕੋਈ ਗੱਲ ਨਹੀਂ ਕਰਦਾ। ਸੋ ਇਸ ਕਰਕੇ ਗੁਰੂ ਸ਼ਬਦ ਸਾਡਾ ਮਾਣ ਹੈ, ਗੁਰੂ ਸਾਡਾ ਦੀਵਾਨ ਹੈ, ਗੁਰੂ ਸਾਡਾ ਨਿਸ਼ਾਨ। ਗੁਰ ਕਾ ਸ਼ਬਦ ਸੱਚ ਨਿਸ਼ਾਨ। ਅਗਲੀ ਪੰਕਤੀ, ਮੰਨੈ ਹੁਕਮ ਸੋ ਪ੍ਰਗਟ ਜਾਏ। ਜੋ ਗੁਰੂ ਦੀ ਰਜ਼ਾ ਵਿੱਚ ਰਾਜੀ ਰਹਿੰਦਾ, ਜੋ ਗੁਰੂ ਦੇ ਹੁਕਮ ਦੇ ਵਿੱਚ ਰਹਿੰਦਾ, ਮੈਂ ਪਹਿਲਾਂ ਵਿਚਾਰ ਵੈਸੇ ਕਰ ਹੀ ਚੁੱਕਾ ਵੀ ਉਹ ਪ੍ਰਗਟ ਹੋ ਜਾਂਦਾ, ਉਹ ਪ੍ਰਗਟ ਹੋ ਜਾਂਦਾ। ਉਹ ਸੰਸਾਰ ਦੇ ਵਿੱਚ ਉਹਦੀ ਇੱਜ਼ਤ ਜਿਹੜੀ ਹੈ ਬਰਕਰਾਰ ਰਹਿੰਦੀ ਹੈ, ਉਹਦਾ ਸਤਿਕਾਰ ਮਾਣ ਸਦਾ ਹੀ ਰਹਿੰਦਾ। ਜਿਹਦੇ ਵਿੱਚ ਗੁਣ, ਹੁਣ ਮੈਂ ਪਹਿਲਾਂ ਬੇਨਤੀ ਕਰ ਚੁੱਕਾ, ਜਦੋਂ ਨਾ ਕੋਈ ਵੀ ਮਸਲਾ ਹੁੰਦਾ ਹੈ, ਪੁਰਾਣੇ ਜ਼ਮਾਨਿਆਂ ਦੀ ਮੈਂ ਗੱਲ ਕਰਦਾ, ਅੱਜ ਦਾ ਜ਼ਮਾਨਾ ਬਹੁਤ ਖਰਾਬ ਹੈ। ਲੋਕ ਕਹਿੰਦੇ ਸੀ ਫਲਾਨੇ ਬਜ਼ੁਰਗ ਸਿਆਣੇ ਨੂੰ ਬੁਲਾ ਕੇ ਲਿਆਓ, ਉਹ ਸਾਡਾ ਮਸਲਾ ਹੱਲ ਕਰ ਦੇਗਾ। ਪੁੱਛੋ ਜਾਏ ਸਿਆਣਿਆਂ। ਇੱਥੇ ਤਾਂ ਵੈਸੇ ਗੁਰੂ ਦੀ ਗੱਲ ਕੀਤੀ ਹੈ, ਪਰ ਜੇ ਪਦ ਅਰਥ ਕਰੀਏ ਤਾਂ ਕੋਈ ਵੀ ਦਾਨਾ, ਬੜਾ ਮਤਲਬ ਸਹਿਜ ਵਾਲਾ ਬੰਦਾ, ਕਾਲਾ ਨਾ ਪੈਣ ਵਾਲਾ ਬੰਦਾ, ਗੱਲ ਸੁਣਨ ਵਾਲਾ ਬੰਦਾ, ਉਹ ਮਸਲਿਆਂ ਨੂੰ ਹੱਲ ਕਰ ਦਿੰਦਾ ਸੀ ਜਾਂ ਹੱਲ ਕਰ ਦਿੰਦੇ ਹਨ। ਅੱਜ ਵੀ ਬਿਰਲੇ ਨੇ ਐਸੇ ਦਾਨੇ, ਪ੍ਰੇਮੀ, ਬਜ਼ੁਰਗ, ਸਿਆਣੇ, ਜਿਹੜਾ ਕਿਸੇ ਦੇ ਘਰ ਦੀ ਲੜਾਈ ਮਿਟਾ ਦੇਵੇ, ਜਿਹੜਾ ਦੋ ਧਿਰਾਂ ਨੂੰ ਜੋੜ ਦੇਵੇ, ਜਿਹੜਾ ਕਿਸੇ ਨੂੰ ਮਤਲਬ ਸਤਿਕਾਰ ਇੱਜ਼ਤ ਦੇ ਦੇਵੇ, ਉਹਨੂੰ ਸਿਆਣਾ ਆਖਿਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਉਹਦੀ ਫਿਰ ਜਿਹੜੀ ਇੱਜ਼ਤ ਮਾਣ ਉਹ ਪ੍ਰਗਟ ਹੁੰਦੀ ਹੈ, ਉਹਨੂੰ ਸਾਰੇ ਲੋਕ ਸਲਾਹੁੰਦੇ ਨੇ। ਅਤੇ ਜਿਹੜਾ ਕਿਸੇ ਦੇ ਵਿੱਚ ਦੋ ਫਾੜ ਪਾਉਂਦਾ, ਜਿਹੜਾ ਕਿਸੇ ਦੀ ਛੋਟੀ ਗੱਲ ਨੂੰ ਵਧਾ ਕੇ ਪੇਸ਼ ਕਰਦਾ, ਜਿਹੜਾ ਕਿਸੇ ਨੂੰ ਨੀਵਾਂ ਦਿਖਾਉਣਾ ਚਾਹੁੰਦਾ, ਲੋਕ ਉਸ ਕੋਲੋਂ ਫੈਸਲਾ ਕੀ ਕਰਾਉਣਾ ਹੈ? ਲੋਕ ਉਸ ਨੂੰ ਆਪਣੀ ਦਹਿਲੀਜ਼, ਆਪਣੇ ਦਰ 'ਤੇ ਕਦਮ ਤੱਕ ਰੱਖਣ ਨਹੀਂ ਦਿੰਦੇ। ਉਹ ਵੀ ਲੋਕ ਨੇ ਜਿਨ੍ਹਾਂ ਦੀ ਉਡੀਕ ਕਰਦੇ ਨੇ ਵੀ ਤੁਸੀਂ ਸਾਡੇ ਘਰ ਇੱਕ ਵਾਰ ਜ਼ਰੂਰ ਆ ਕੇ ਜਾਇਓ। ਬੰਦੇ ਦਾ ਫਰਕ ਹੈ, ਜਾਨਵਰ ਦਾ ਫਰਕ ਹੈ, ਪੰਛੀ ਦਾ ਫਰਕ ਹੈ। ਪਿਛਲੇ ਦਿਨਾਂ ਵਿੱਚ ਇਸੇ ਇੱਕ ਪੰਕਤੀ ਪੜ੍ਹੀ ਸੀ, ਦੁੱਧ ਬਿਨ ਧੇਨ, ਮਤਲਬ ਪਸ਼ੂ ਜਿਹੜਾ ਦੁੱਧ ਦੇਣ ਵਾਲਾ ਅਤੇ ਨਹੀਂ ਦੇਣ ਵਾਲਾ, ਉਹਦੇ ਵਿੱਚ ਫਰਕ ਹੈ। ਜਿਹੜੇ ਕਿਸੇ ਕੰਮ ਦੇ ਨਹੀਂ ਪਸ਼ੂ ਰਹਿੰਦੇ ਨੇ, ਉਹ ਸੜਕਾਂ 'ਤੇ ਘੁੰਮਦੇ ਫਿਰਦੇ ਨੇ, ਅਤੇ ਜਿਹੜੇ ਮਤਲਬ ਦੁੱਧ ਦਿੰਦੇ ਨੇ, ਜਿਹੜੇ ਕੰਮ ਆਉਂਦੇ ਨੇ, ਵਾਹੀ ਕਰਦੇ ਨੇ, ਲੋਕ ਉਹਨਾਂ ਨੂੰ ਬੜੀਆਂ ਕੀਮਤੀ ਚੀਜ਼ਾਂ, ਖੁਰਾਕਾਂ ਤੱਕ ਖਵਾਉਂਦੇ ਨੇ। ਮਤਲਬ ਪਸ਼ੂਆਂ ਨੂੰ, ਡੰਗਰਾਂ ਨੂੰ ਚੰਗਾ ਦੁੱਧ ਦੇਣ। ਔਰ ਕਈਆਂ ਜਾਨਵਰਾਂ ਦੀ ਤਾਂ ਕਰੋੜ ਤੱਕ ਕੀਮਤ ਹੈ ਨਾ। ਮੱਝਾਂ ਦੀ ਆ ਜਿਹੜੇ ਹੁੰਦੇ ਨੇ ਰੱਖੇ ਹੁੰਦੇ ਜਾਨਵਰ ਘਰ, ਪਸ਼ੂ, ਇਹਨਾਂ ਦੀ ਕਰੋੜਾਂ ਦੇ ਵਿੱਚ, ਲੱਖਾਂ ਦੇ ਵਿੱਚ ਕੀਮਤ ਹੈ, ਕਿਉਂਕਿ ਉਹਨਾਂ ਦੇ ਵਿੱਚ ਕੋਈ ਗੁਣ ਹੁੰਦਾ। ਇਸ ਕਰਕੇ ਬੰਦੇ ਵਿੱਚ ਵੀ ਫਰਕ ਹੁੰਦਾ। ਬੰਦੇ ਦੀ ਸ਼ਕਲ ਸੂਰਤ ਤੇ ਉਹੀ ਹੁੰਦੀ ਹੈ, ਪਰ ਜਦੋਂ ਬੰਦਾ ਕੋਈ ਆਪਣੇ ਲਫ਼ਜ਼ਾਂ 'ਤੇ, ਆਪਣੇ ਪੈਰਾਂ 'ਤੇ ਦ੍ਰਿੜ ਨਾ ਰਹੇ, ਖੜਾ ਨਾ ਰਹੇ, ਉਸ 'ਤੇ ਯਕੀਨ ਨਹੀਂ ਕੀਤਾ ਜਾਂਦਾ। ਜਿਹੜਾ ਆਪਣੀ ਜ਼ੁਬਾਨ ਦਾ ਪੱਕਾ ਹੁੰਦਾ, ਕੰਨਾਂ ਦਾ ਕੱਚਾ ਨਹੀਂ ਹੁੰਦਾ, ਕਿਉਂਕਿ ਸ਼ਬਦ ਚੱਲ ਰਿਹਾ ਇਹ ਪ੍ਰਗਟ ਜਾਏ, ਗੁਰਮੁਖ ਪ੍ਰਗਟ ਹੁੰਦਾ। ਜਿਹੜਾ ਆਪਣੀ ਜ਼ੁਬਾਨ ਦਾ ਪੱਕਾ ਹੁੰਦਾ, ਕਦੀ ਵੀ ਫਿਸਲਦਾ ਨਹੀਂ। ਉਹਨੂੰ ਭਾਵੇਂ ਕੋਰਟ ਕਚਹਿਰੀ 'ਚ ਲੈ ਜਾਓ, ਥਾਣੇ ਲੈ ਜਾਓ, ਉਹਨੂੰ ਭਾਵੇਂ ਪਰਾਂ 'ਚ ਲੈ ਜਾਓ, ਕਹਿੰਦਾ ਮੈਂ ਸੱਚੀ ਗੱਲ ਸੱਚੀ ਕਹਿਣੀ ਹੈ। ਨਾਰਾਜ਼ ਕੋਈ ਹੁੰਦਾ ਤਾਂ ਹੋ ਹੀ ਜਾਏ। ਅਤੇ ਉਹ ਬੰਦੇ ਨੂੰ, ਜਿਹੜੀ ਸਿਆਣੇ ਲੋਕ ਨੇ, ਉਹ ਬਹੁਤ ਉਹਦੀ ਕਦਰ ਕਰਦੇ ਨੇ। ਗੁਰੂ ਮਹਾਰਾਜ ਜੀ ਕਹਿੰਦੇ ਉਹ ਪ੍ਰਗਟ ਹੋ ਜਾਂਦਾ। ਮੰਨੇ ਹੁਕਮ ਸੋ ਪ੍ਰਗਟ ਜਾਏ। ਉਹ ਜਗ ਦੇ ਵਿੱਚ ਸੋਭਾ ਖੱਟਦਾ, ਉਹ ਜਗਤ ਦੇ ਵਿੱਚ ਸੋਭਾ ਦੀ ਖੱਟੀ ਖੱਟਦਾ ਹੈ, ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਸੰਸਾਰ ਦੇ ਵਿੱਚ ਰਹਿ ਕੇ ਵਿਚਰਦਾ ਹੈ। ਸੱਚ ਨਿਸ਼ਾਨੇ ਠਾਕ ਨਾ ਪਾਏ। ਸੋ ਜਿਹੜਾ ਸ਼ਬਦ ਦੇ ਨਾਲ ਜੁੜਿਆ ਹੁੰਦਾ, ਜਿਹੜਾ ਸੱਚ ਦੇ ਨਾਲ ਜੁੜਿਆ ਹੁੰਦਾ, ਉਹਦੀ ਮਹਾਰਾਜ ਜੀ ਕਹਿੰਦੇ ਇੱਕ ਉਹਨੂੰ ਜਿੱਦਾਂ ਅੱਗੇ ਮਹਿਸੂਲ ਚੁੰਗੀ ਲੱਗਦੀ ਸੀ ਨਾ, ਉਹਦਾ ਚੁੰਗੀ ਕਰ ਜਿਹੜਾ ਨਾ ਟੈਕਸ ਮਾਫ ਹੋ ਜਾਂਦਾ, ਅਤੇ ਉਹਨੂੰ ਕੋਈ ਰਾਹਦਾਰੀ ਨਹੀਂ ਦੇਣੀ ਪੈਂਦੀ। ਇੱਥੇ ਨਿਸ਼ਾਨੇ ਦਾ ਮਤਲਬ ਲਿਖਿਆ ਵੀ ਰਾਹਦਾਰੀ, ਕੋਈ ਕਿਸੇ ਨੂੰ ਪੈਸੇ ਨਹੀਂ ਦੇਣੇ ਪੈਂਦੇ, ਉਹ ਧੁਰ ਦਰਗਾਹ 'ਚ ਸਿੱਧਾ ਜਾਂਦਾ। ਸੱਚ ਨਿਸ਼ਾਨੇ ਠਾਕ ਨਾ ਪਾਏ। ਠਾਕ ਦਾ ਮਤਲਬ ਰੋਕ ਲਾਉਣੀ, ਠਾਕਣਾ, ਠਾਕਾ। ਇਹ ਪੰਜਾਬੀ ਦੇ ਲਫ਼ਜ਼ ਨੇ, ਬਹੁਤ ਪਿਆਰੇ ਅਤੇ ਮਿੱਠੇ ਸ਼ਬਦ ਨੇ। ਠਾਕ ਦਾ ਮਤਲਬ ਰੋਕ, ਠਾਕਾ, ਰੋਕ ਲਾਉਣੀ।
ਕਹਿੰਦੇ ਨੇ ਉਹਨੂੰ ਕੋਈ ਰੋਕ ਨਹੀਂ ਸਕਦਾ, ਉਹਨੂੰ ਚੁੰਗੀ ਵਾਲਾ ਨਹੀਂ ਰੋਕ ਸਕਦਾ। ਵੀ ਭਗਤ ਰਵਿਦਾਸ ਜੀ ਦਾ ਸ਼ਬਦ ਨਾ ਇੱਕ ਬੇਗਮਪੁਰਾ ਸ਼ਹਿਰ ਕੋ ਨਾ, ਉਹਦੇ ਵਿੱਚ ਆਉਂਦਾ ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖੱਤਾ। ਖੌਫ ਦਾ ਮਤਲਬ ਇਹ ਡਰ, ਨਾ ਤਰਸ ਜਵਾਲ ਕਹਿੰਦੇ ਉੱਥੇ ਨਾ ਚੁੰਗੀ ਲਈ ਜਾਂਦੀ ਹੈ, ਨਾ ਰਾਹਦਾਰੀ ਪੁੱਛੀ ਜਾਂਦੀ ਹੈ, ਨਾ ਕਿਸੇ ਕਿਸਮ ਦਾ ਡਰ ਹੁੰਦਾ। ਧੁਰ ਦਰਗਾਹ ਸਿੱਧਾ ਹੀ ਜਾਂਦਾ ਬੰਦਾ, ਉਹਨੂੰ ਰਾਹ ਦੇ ਵਿੱਚ ਰੋਕਿਆ ਨਹੀਂ ਜਾਂਦਾ। ਗੁਰੂ ਨਾਨਕ ਪਾਤਸ਼ਾਹ ਜੀ ਪ੍ਰਵਾਨ ਕਰਦੇ ਨੇ ਸੱਚ ਨਿਸ਼ਾਨੇ ਠਾਕ ਨਾ ਪਾਏ। ਮਤਲਬ ਦੇਖੋ, ਅਸੀਂ ਸ਼ਬਦ ਸੁਰਤ ਦੇ ਮੇਲ ਰਾਹੀਂ ਅਸੀਂ ਅੰਤਰ ਆਤਮਾ ਦੇ ਵਿੱਚ ਪ੍ਰਵੇਸ਼ ਕਰਨਾ। ਹੁਣ ਭਾਵ ਅਰਥ ਕਰੀਏ ਤੇ ਉਸ ਰਾਹ ਦੇ ਵਿੱਚ ਇੱਕ ਆਉਂਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਚੁੰਗੀ ਮੰਗਦੇ ਨੇ, ਇਹ ਰਾਹ ਰੋਕਦੇ ਨੇ। ਮਹਾਰਾਜ ਜੀ ਕਹਿੰਦੇ ਸ਼ਬਦ ਸੁਰਤ ਸੁਮੇਲ ਰਾਹੀਂ ਅੰਤਰ ਆਤਮਾ ਵਿੱਚ ਜਾਣਾ, ਨਿਜ ਘਰ ਵਿੱਚ ਪਹੁੰਚਣ ਦੇ ਦੌਰਾਨ ਰਾਹ ਦੇ ਵਿੱਚ ਕੋਈ ਰੋਕਦਾ ਨਹੀਂ, ਕੋਈ ਟੋਲ ਟੈਕਸ ਨਹੀਂ ਮੰਗਦਾ। ਜਿਵੇਂ ਅੱਜ ਕੱਲ੍ਹ ਹੁਣ ਲਾਉਂਦੇ ਪਏ ਨੇ, 50 ਦੇ 90 ਕਰ ਰਹੇ ਨੇ, ਸਾਰੀਆਂ ਚੀਜ਼ਾਂ ਨਾਲ ਹੀ ਚੱਲਦੀਆਂ ਵਿਚਾਰ। ਉੱਥੇ ਨਹੀਂ ਕੋਈ ਰੋਕਦਾ, ਉੱਥੇ ਕਹਿੰਦੇ ਚੱਲ। ਹੁਣ ਉਹ ਵਧੀਆ ਸੀ ਨਾ, ਪਹਿਲਾਂ ਡਾਇਰੈਕਟ ਹੀ ਚੱਲ ਜਾਂਦੇ ਸੀ, ਉਹ ਧਰਨਾ ਲੱਗਾ ਹੋਇਆ ਸੀ ਅਤੇ ਕੋਈ ਮਸੂਲ, ਕੋਈ ਚੁੰਗੀ ਜਾਂ ਇੱਦਾਂ ਦੇ ਕੋਈ ਟੈਕਸ ਨਹੀਂ ਸੀ। ਹੁਣ ਫਿਰ ਦੁਬਾਰਾ ਉਹ ਟੈਕਸ ਲੱਗ ਰਹੇ ਨੇ। ਔਖਾ ਜਿਹਾ ਲੱਗਦਾ ਨਾ ਹੁਣ ਟੈਕਸ ਦੇਣਾ, ਕਿਸੇ ਨੂੰ 200 ਲੱਗ ਜਾਣਾ, ਕਿਸੇ ਵੱਡੀਆਂ ਗੱਡੀਆਂ ਵਾਲਿਆਂ ਨੂੰ 500 ਲੱਗ ਜਾਣਾ, ਔਖਾ ਜਿਹਾ ਲੱਗਦਾ। ਲੋਕ ਤੰਗ ਹੋ ਗਏ। ਮਤਲਬ ਰਾਹਦਾਰੀ ਟੈਕਸ ਮਸੂਲ ਤੰਗ ਕਰਦਾ, ਰੋਕ ਤੰਗ ਕਰਦੀ ਹੈ, ਟ੍ਰੈਫਿਕ ਵਿੱਚ ਜਾਮ ਤੰਗ ਕਰਦਾ। ਜਦੋਂ ਸ਼ਬਦ ਸੁਰਤ ਦਾ ਕੰਬੀਨੇਸ਼ਨ ਬਣਦਾ ਤੇ ਅੰਤਰ ਆਤਮਾ ਨਿਜ ਘਰ ਦੇ ਵਿੱਚ ਇਹਨੇ ਪ੍ਰਵੇਸ਼ ਹੋਣਾ ਤੇ ਰਾਹ ਦੇ ਵਿੱਚ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਾਂ ਹੋਰ ਈਰਖਾ, ਦਵੈਸ਼, ਨਿੰਦਿਆ, ਕਲਪਨਾ, ਚੁਗਲੀ, ਝੂਠ, ਪਰਾਈ ਨਿੰਦਾ, ਪਰ ਜੋਬਨ, ਇੱਦਾਂ ਦੀਆਂ ਗਲਤ ਮਲਤ ਚੀਜ਼ਾਂ, ਪਰ ਤ੍ਰੈ ਰੂਪ, ਇਹ ਸਾਰੀਆਂ ਚੀਜ਼ਾਂ ਰਾਹ ਦੇ ਵਿੱਚ ਰੋਕ ਨਹੀਂ ਪਾਉਣ ਸਕਣਗੀਆਂ। ਇਹ ਸਿੱਧਾ ਜਾਏਗਾ ਆਪਣੇ ਘਰ ਨੂੰ, ਸਿੱਧਾ। ਜਿਹਨੂੰ ਕਹਿੰਦੇ ਨੇ ਨਿਜ ਘਰ ਮਹਿਲ ਪਾਵੋ ਸੁੱਖ, ਸਹਿਜੇ ਬੋਰਨਾ ਹੋਏਗੋ ਫੇਰਾ। ਤੁਸੀਂ ਮੈਂ ਹੋਰ ਸੌਖੀ ਉਦਾਹਰਨ ਦਿੰਦਾ। ਅਸੀਂ ਨੌਜਵਾਨ ਨੂੰ ਕਈਆਂ ਨੂੰ ਪੈਸੇ ਦੇਈਦੇ ਨੇ ਵੀ ਆਹ ਸੌਦਾ ਲੈ ਆ। ਉਹ ਕਈ ਇੱਦਾਂ ਦੇ ਹੁੰਦੇ ਨਸ਼ਈ, ਵਿੱਚੋਂ ਨਸ਼ਾ ਲੈ ਲੈਂਦੇ ਨੇ। ਕਈ ਪੂਰਾ ਪੈਸੇ ਖਰਚਦੇ ਨਹੀਂ, ਵਿੱਚੋਂ ਰੱਖ ਲੈਂਦੇ ਨੇ ਅਤੇ ਥੋੜ੍ਹੇ ਪੈਸੇ ਕਰਕੇ ਇੱਦਾਂ ਹੇਰਾਫੇਰੀ ਕਰਦੇ ਨੇ। ਅਤੇ ਉਹਨਾਂ ਨੇ ਕੀ ਕਰਨਾ ਜੀ ਜ਼ਿੰਦਗੀ ਦੇ ਵਿੱਚ? ਉਹ ਸਿੱਧੇ ਨਹੀਂ ਜਾ ਸਕਦੇ। ਜਦੋਂ ਉਹਨਾਂ ਦਾ ਪਤਾ ਲੱਗ ਜਾਂਦਾ, ਕੋਈ ਉਹਨਾਂ ਕੋਲ ਸੌਦਾ ਨਹੀਂ ਮੰਗਾਉਂਦਾ। ਧਿਆਨ ਦੇਣਾ, ਜਦੋਂ ਕਿਸੇ ਦੁਆਰਾ ਪਤਾ ਲੱਗ ਜਾਏ ਵੀ ਇਹ ਬੰਦਾ ਇੱਦਾਂ ਇਹਦੇ ਕੰਮ ਦੇ ਵਿੱਚ ਹੇਰਾਫੇਰੀ ਕਰਦਾ, ਕੋਈ ਉਹਦੇ ਕੋਲ ਸੌਦਾ ਨਹੀਂ ਮੰਗਾਉਂਦਾ ਅਤੇ ਉਹ ਨਹੀਂ ਆਪਣੀ ਮੰਜ਼ਿਲ 'ਤੇ ਪਹੁੰਚ ਸਕਦਾ। ਅਤੇ ਜਿਸ ਦਾ ਮਨ ਹੇਰਾਫੇਰੀ ਹੋ ਜਾਏ, ਕਾਮ ਵਸ, ਕ੍ਰੋਧ ਵਸ, ਲੋਭ ਵਸ, ਮੋਹ ਵਸ ਹੋ ਜਾਏ, ਅਤੇ ਉਸਨੇ ਨਿਜ ਘਰ ਤੱਕ ਕਿੱਥੇ ਪਹੁੰਚਣਾ? ਅਤੇ ਗੁਰੂ ਕਹਿੰਦਾ ਪਹਿਲਾਂ ਆਪਣੇ ਆਪ ਨੂੰ ਸਵਾਰ ਲੈ, ਆਪ ਸਵਾਰੇ ਮੈਂ ਮਿਲਿਆ ਸੁਖ ਹੋਏ, ਮੈਂ ਤੈਨੂੰ ਮਿਲ ਜਾਵਾਂਗਾ। ਇਹ ਅੰਦਰੋਂ ਚੀਜ਼ਾਂ ਖਤਮ ਕਰ। ਸੱਚ ਨਿਸ਼ਾਨੇ ਠਾਕ ਨਾ ਪਾਏ, ਪੰਡਤ ਪੜ੍ਹੇ ਵਖਾਣੇ ਵੇਦ, ਅੰਤਰ ਵਸਤ ਨਾ ਜਾਣੇ ਭੇਦ। ਹੁਣ ਗਿਆਨੀਆਂ ਦੀ ਕਲਾਸ ਲਾਈ ਮਹਾਰਾਜ ਜੀ ਨੇ। ਇੱਥੇ ਇਕੱਲੇ ਪੰਡਤ ਨੂੰ ਨਾ ਲਾ ਲੈਣਾ, ਕਿਉਂਕਿ ਪੰਡਤ ਬਾਹਮਣ ਬੜੀ ਵਾਰ ਸ਼ਬਦ ਆਇਆ ਬਾਣੀ ਦੇ ਵਿੱਚ। ਅਸੀਂ ਕਿਸੇ ਕਾਸਟ ਜਾਂ ਕਿਸੇ ਜਾਤੀ ਜਾਂ ਕਿਸੇ ਕੌਮ ਵਾਸਤੇ ਸ਼ਬਦ ਨਹੀਂ ਹੈ। ਇਹ ਵਿਦਵਤਾ ਦਾ ਪ੍ਰਤੀਕ ਹੈ। ਵਿਦਿਆ ਵਾਲੇ ਨੂੰ ਕਿਹਾ ਪੰਡਤ, ਬੜੀ ਵਾਰ ਸੁਣਿਆ। ਸੋ ਪੰਡਤ ਜੋ ਮਨ ਪ੍ਰਬੋਧੇ, ਰਾਮ ਨਾਮ ਆਤਮੈ ਸੋਧੇ। ਮਤਲਬ ਕਹਿੰਦੇ ਨੇ ਵੀ ਸੁਣ, ਵਖਿਆਨ ਕਰਨ ਵਾਲਿਆ, ਵਕਤਾ, ਵਿਦਵਾਨ, ਪ੍ਰਚਾਰਕ, ਬ੍ਰਾਹਮਣ, ਪੰਡਤ, ਕਾਜੀ, ਮੁੱਲਾ, ਮੌਲਵੀ, ਜੋ ਵੀ ਹੈ, ਸਾਰਿਆਂ ਨੂੰ ਕਿਹਾ? ਕਹਿੰਦੇ ਪੰਡਤ ਪੜ੍ਹੇ ਵਖਾਣੇ ਵੇਦ। ਕਹਿੰਦੇ ਵਿਦਵਾਨ ਲੋਕ ਜਿਹੜੇ ਨੇ ਗ੍ਰੰਥਾਂ ਦਾ ਅਧਿਐਨ ਕਰਕੇ ਉਹਦੀ ਕਥਾ ਕਰਦੇ ਨੇ, ਉਹਦੇ ਵਿਚਾਰ ਸੁਣਾਉਂਦੇ ਨੇ, ਪਰ ਜੇ ਉਹ ਖੁਦ ਅਮਲ ਵਿੱਚ ਨਹੀਂ ਲਿਆਉਂਦੇ, ਅੰਤਰ ਵਸਤ ਨਾ ਜਾਣੈ ਭੇਦ, ਅਤੇ ਉਹਦੇ ਵਿੱਚ ਜਿਹੜਾ ਕੁਝ ਲਿਖਿਆ ਉਹਦੇ ਅਸਲੀ ਭੇਦ ਨੂੰ ਨਹੀਂ ਜਾਣਦੇ। ਦੇਖੋ, ਮੈਂ ਕਿੰਨਾ ਝਗੜਾ ਨਹੀਂ ਕਰਨਾ ਅਤੇ ਮੈਂ ਜਾ ਕੇ ਘਰ ਵਿੱਚ ਝਗੜਾ ਕਰਾਂ, ਰਾਈਟ? ਮੈਂ ਕਹਿੰਦਾ ਰਲ ਕੇ ਰਹੋ, ਪਰ ਮੈਂ ਰਲ ਕੇ ਨਾ ਰਹਾਂ ਆਪਣੇ ਪਰਿਵਾਰ ਵਿੱਚ ਹੀ। ਬਾਕੀ ਦੇ ਬਾਅਦ ਦੀ ਗੱਲ ਹੈ, ਕੰਮ ਤਾਂ ਸ਼ੁਰੂ ਘਰ ਤੋਂ ਹੀ ਹੋਣਾ। ਅਤੇ ਜੇ ਇਹ ਚੀਜ਼ ਮੈਂ ਖੁਦ ਨਹੀਂ ਕਰ ਰਿਹਾ, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਇਹ ਸਭ ਕੁਝ ਅੰਤਰ ਵਸਤ ਨਾ ਜਾਣੇ ਭੇਦ, ਫਿਰ ਅਸਲ ਦੇ ਵਿੱਚ ਸ਼ਬਦ ਦਾ ਭੇਦ ਸਮਝ ਨਹੀਂ ਆਇਆ। ਜੇ ਭੇਦ ਸਮਝ ਆਇਆ ਹੁੰਦਾ ਤੇ ਨੌਬਤ ਹੀ ਨਾ ਆਉਂਦੀ ਕਿਸੇ ਵੀ ਪਰੇਸ਼ਾਨੀ ਦੇ ਵਿੱਚ ਪਾਉਣ ਜਾਂ ਪੈਣ ਦੀ। ਦੇਖੋ, ਵਾਸ਼ਨਾ, ਕ੍ਰੋਧ, ਅਹੰਕਾਰ, ਲੋਭ ਅਤੇ ਮੋਹ,
ਇਹ ਹਰ ਇਨਸਾਨ ਨੂੰ ਪ੍ਰਭਾਵਿਤ ਕਰਦਾ, ਚਾਹੇ ਕੋਈ ਗੁਰਮੁਖ ਹੈ ਚਾਹੇ ਕੋਈ ਮਨਮੁਖ ਹੈ। ਕ੍ਰੋਧ ਵੀ ਆਉਂਦਾ, ਵਾਸ਼ਨਾ ਵੀ ਆਉਂਦੀ ਹੈ, ਪਰ ਇਹ ਗੁਰੂ ਦੇ ਸ਼ਬਦ ਦੇ ਦੁਆਰਾ ਅਸੀਂ ਆਪਣੇ ਆਪ 'ਤੇ ਕੰਟਰੋਲ ਰੱਖਣਾ। ਸਾਨੂੰ ਕ੍ਰੋਧ ਨੇ ਵੀ ਤੰਗ ਕਰਨਾ, ਪਰ ਮਨ ਨੂੰ ਉਦੋਂ ਹੀ ਡੰਡਾ ਦਿਖਾ ਦੇਣਾ, ਰੁਕ ਜਾ, ਇਹਨੇ ਬਹੁਤ ਵੱਡਾ ਨੁਕਸਾਨ ਕਰ ਦੇਣਾ। ਕਈ ਦਿਨ ਫਿਰ ਅਸੀਂ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ, ਚਾਹੇ ਰਿਸ਼ਤੇਦਾਰ ਚਾਹੇ ਪਰਿਵਾਰ ਦੇ ਵਿੱਚ ਜੀ। ਥੋੜ੍ਹੇ ਜਿਹੇ ਕ੍ਰੋਧ ਨੇ ਕਿੰਨੇ ਦਿਨਾਂ ਦਾ ਵਕਵਾ ਪਾਤਾ, ਪ੍ਰੇਮ ਨੂੰ ਕੀ ਕੀਤਾ, ਨਸ਼ਟ, ਡੈਮੇਜ ਕਰਤਾ। ਅਸੀਂ ਗੱਲ ਹੀ ਨਹੀਂ ਕਰਦੇ, ਨਿੱਕੀ ਜੀ ਗੱਲ ਹੁੰਦੀ ਹੈ। ਇਸ ਕਰਕੇ ਜੇ ਇਹ ਚੀਜ਼ ਜਿਹੜੀ ਅਸੀਂ ਗੁਰਬਾਣੀ ਰਾਹੀਂ ਲੈਣੀ ਹੈ, ਕੋਈ ਗੱਲ ਸਾਡੀ ਹੋ ਗਈ, ਮਿੱਤਰ ਨਾ ਹੋ ਗਈ, ਭਰਾ ਨਾ ਹੋ ਗਈ, ਭੈਣ ਨਾ ਹੋ ਗਈ, ਕਿਸੇ ਸ਼ਰੀਕ ਨਾ ਹੋ ਗਈ, ਇਹ ਹਸਬੈਂਡ ਵਾਈਫ ਦੀ ਹੋ ਗਈ, ਇਹ ਸੱਸ ਨਹੁੰ ਦੀ ਹੋ ਗਈ, ਮਾਂ ਬਾਪ ਦੇ ਨਾਲ ਹੋ ਗਈ, ਇਹ ਗ੍ਰਿਸ਼ਤ ਕੁਟੁੰਬ ਪਲੇਟਿਆ, ਕਦੇ ਹਰਖ ਕਦੇ ਸੋਗ, ਇਹਦੇ ਤੋਂ ਕੋਈ ਮੁਕਤ ਨਹੀਂ ਹੋ ਸਕਦਾ। ਪਰ ਇਸ ਚੀਜ਼ ਨੂੰ ਇੰਨਾ ਦੂਰ ਨਹੀਂ ਲੈ ਕੇ ਜਾਣਾ ਵੀ ਰਿਸ਼ਤੇ ਹੀ ਖਤਮ ਹੋ ਜਾਣ, ਰਿਸ਼ਤਿਆਂ ਦੇ ਵਿੱਚ ਫਿੱਕ ਪੈ ਜਾਏ। ਕੋਈ ਸਟੈਪ ਹੀ ਐਸਾ ਕੋਈ ਚੁੱਕ ਲਏ ਜਿਹਦੇ ਵਿੱਚ ਕੋਈ ਜਰਨ ਦੀ ਤਾਕਤ ਨਾ ਹੋਵੇ, ਨੁਕਸਾਨ ਹੋ ਜਾਂਦਾ। ਆਪਣੀ ਗੱਲ ਕਹੀ ਤੇ ਉਸ 'ਤੇ ਪਾਈਏ ਮਿੱਟੀ, ਤੇ ਮੁੜ ਕੇ ਉਹਨੂੰ ਫਿਰ ਪਿਆਰ ਨਾਲ ਸਮਝਾ ਕੇ ਤੇ ਫਿਰ ਆਪਣੇ ਮਾਹੌਲ ਨੂੰ ਮੁੜ ਤੋਂ ਸੁਰਜੀਤ ਕਰੀਏ, ਵਧੀਆ ਕਰੀਏ। ਗੱਲ ਆਪਣੀ ਨਿਕਲ ਗਈ, ਗੁੱਸੇ ਦੇ ਵਿੱਚ ਇੱਕ ਦੂਜੇ ਨੂੰ ਕੁਛ ਸਾਨੂੰ ਕਿਸੇ ਨੇ ਕਿਹਾ, ਕੁਛ ਅਸੀਂ ਕਹਿ ਤਾ, ਗੱਲਾਂ ਮਿਟ ਗਈਆਂ। ਉਹਨੂੰ ਕਹੋ ਵੀ ਹੁਣ ਪਿਛਲੀ ਗੱਲ ਨਹੀਂ ਕਰਨੀ, ਨਾ ਹੀ ਉਹਨੂੰ ਰਿਪੀਟ ਕਰਨਾ। ਭੂਤ ਨਹੀਂ ਬਣ ਕੇ ਘਰਾਂ ਵਿੱਚ ਅਸੀਂ ਭੂਤ ਬਣ ਕੇ ਨਹੀਂ ਰਹਿਣਾ। ਜਿਹੜਾ ਪਾਸਟ ਵਿੱਚ ਜਿੰਦਾ ਨਾ ਪਿਛਲੀ ਗੱਲ ਕਰੀ ਜਾਂਦਾ। ਪਾਸਟ ਦਾ ਮਤਲਬ ਹੁੰਦਾ ਭੂਤ ਕਾਲ। ਅਸੀਂ ਭੂਤ ਬਣ ਕੇ ਨਹੀਂ ਰਹਿਣਾ, ਅਸੀਂ ਅੱਜ ਦੇ ਵਿੱਚ ਜਿਉਣਾ। ਉਹ ਸਾਡੇ ਕੋਲ ਕੀਮਤੀ ਦਿਨ ਜ਼ਿੰਦਗੀ ਦੇ ਨੇ ਬਹੁਤ, ਇੱਕ ਮਿੰਟ ਕੀਮਤੀ ਹੈ। ਤੁਰ ਜਾਣਾ ਸਾਰਿਆਂ ਨੇ, ਐਵੇਂ ਝਗੜਿਆਂ ਦੇ ਵਿੱਚ 2-2 ਸਾਲ ਨਾ ਬੋਲੀਏ, 2-2 ਦਿਨ ਨਾ ਇੱਕ ਦੂਜੇ ਨੂੰ ਬੁਲਾਈਏ, ਉਹ ਪਤਾ ਨਹੀਂ ਕਿੱਦਣ ਅੰਦਰੋਂ ਹਵਾ ਨਿਕਲ ਜਾਣੀ ਹੈ। ਗੱਲ ਮਟਾਓ ਛੇਤੀ, ਇਹ ਸਿਆਣਪ ਹੈ। ਦੁਬਾਰਾ ਫਿਰ ਸ਼ੁਰੂ ਕਰੋ ਭਾਈ, ਹੁਣ ਨਹੀਂ ਉਹ ਗੱਲ ਕਰਨੀ, ਹੁਣ ਦੁਬਾਰਾ ਸ਼ੁਰੂ ਕਰੀਏ। ਗੁੱਸੇ ਨੂੰ ਮਾਰ ਦਿਓ, ਉੱਥੇ ਠੱਪ ਕਰ ਦੇ। ਮਹਾਰਾਜ ਜੀ ਕਹਿੰਦੇ ਨੇ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਗੁਰੂ ਦਾ ਸ਼ਬਦ ਲਿਆ ਤੂੰ ਅੰਦਰ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੁਛ ਪਾਏ। ਜਦੋਂ ਇੱਕ ਦੂਜੇ ਨਾਲ ਕੋਈ 2-2 ਦਿਨ ਨਹੀਂ ਬੋਲਦਾ, ਤੁਸੀਂ ਵਿਗਿਆਨ ਸਾਹਮਣੇ ਰੱਖ ਕੇ ਦੇਖਣਾ ਤੁਹਾਡੇ ਕਿੰਨੇ ਸੈੱਲ ਟੁੱਟਦੇ ਨੇ ਅੰਦਰ, ਸਾਡੇ ਕਿੰਨਾ ਅੰਦਰ ਨੁਕਸਾਨ ਹੁੰਦਾ ਹੈ। ਜਿਹੜੀ ਬਿਮਾਰੀ ਹੈ, ਜਿਹੜੀ ਕਿਸੇ ਨੂੰ ਕੋਈ BP ਹੈ, ਸ਼ੂਗਰ ਹੈ, ਕਿੰਨੀ ਵੱਧ ਉਹ ਸਾਡੇ ਅੰਦਰ ਮਤਲਬ ਇਹ ਖਤਰਾ ਪੈਦਾ ਕਰਦੀ ਹੈ। ਨਾੜੀਆਂ ਤੱਕ ਬਲੌਕ ਹੋ ਸਕਦੀਆਂ ਨੇ, ਅਟੈਕ ਹੋ ਸਕਦੇ ਨੇ। ਇਸ ਕਰਕੇ ਇਹ ਜਿਹੜੀ ਚੀਜ਼ ਜੁਗਤੀ ਸਾਨੂੰ ਬਾਣੀ ਸਿਖਾਉਂਦੀ ਹੈ ਵੀ ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ। ਮਤਲਬ ਗੁੱਸੇ ਨਾਲ ਰੋਗ ਲੱਗਦੇ ਨੇ। ਅਸੀਂ ਜੇ ਕੋਈ ਇਹਦੇ ਕਲਾਵੇ ਵਿੱਚ ਆ ਵੀ ਗਿਆ, ਇਹਨੂੰ ਨਸ਼ਟ ਕਰ ਦਈਏ, ਛੇਤੀ ਮੁੜ ਕੇ ਕਵਰ ਕਰਕੇ ਤੇ ਆਪਣੀ ਰਿਕਵਰੀ ਕਰੀਏ ਭਾਈ, ਅੱਗੇ ਵਧੀਏ, ਫਿਰ ਇਕੱਠੇ ਹੋ ਜਾਈਏ, ਫਿਰ ਪਿਆਰ ਦੀਆਂ ਸਾਂਝਾਂ ਬਣਾਈਏ। ਹੌਲੀ ਇਸ ਚੀਜ਼ ਨੂੰ ਘਟਾਉਂਦੇ ਘਟ ਜਾਣਾ, ਔਰ ਨਹੀਂ ਗੁੱਸਾ ਹੀ ਕਰਨਾ ਛੱਡ ਦੇਣਾ। ਸੋ ਬੜੇ ਪਿਆਰੇ ਮੇਰੇ ਕੋਲ ਵਿਸ਼ੇ ਨੇ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਆਖਰੀ ਪੰਕਤੀਆਂ ਪੜ੍ਹੀਏ। ਇਹ ਕਿਆ ਹੂੰ ਆਖਾਂ ਆਖ ਵਖਾਣੀ, ਮੈਂ ਗੁਰੂ ਦੇ ਸਨਮੁਖ ਰਹਿ ਕੇ ਕਿਹੜੀ ਗੱਲ ਦਾ ਜ਼ਿਕਰ ਕਰਾਂ। ਗੁਰੂ ਜਾਣਦਾ ਹੀ ਹੈ ਸਾਰੀਆਂ ਸਾਡੀਆਂ, ਤੂੰ ਆਪੇ ਜਾਣੇ ਸਰਬ ਵਡਾਣੀ। ਮੈਂ ਹੁਣ ਮਹਾਰਾਜ ਤੁਹਾਨੂੰ ਕਿਹੜੀਆਂ ਆਪਣੀਆਂ ਗੱਲਾਂ, ਮੇਰੇ ਅੰਦਰ ਤੇ ਬਹੁਤ ਕੁਝ ਭਰਿਆ ਹੋਇਆ। ਆ ਵੀ ਮਹਾਰਾਜ ਜੀ ਤੁਹਾਨੂੰ ਕਹਿਣਾ, ਮੈਂ ਆ ਵੀ ਗੱਲ ਕਰਨੀ ਹੈ ਤੁਹਾਡੇ ਨਾਲ। ਜਦੋਂ ਕੋਈ ਚਿਰਾਂ ਬਾਅਦ ਮਿਲੇ ਨਾ, ਬੜੀ ਇੱਛਾ ਹੁੰਦੀ ਹੈ ਮੈਂ ਇਹਦੇ ਨਾਲ ਆ ਵੀ ਗੱਲ ਕਰਾਂ, ਮੈਂ ਇਹਦੇ ਨਾਲ ਆ ਵੀ ਗੱਲ ਕਰਾਂ, ਮੈਂ ਆਪਣੀ ਆ ਵੀ ਗੱਲ ਦੱਸਾਂ। ਮੈਂ ਗੁਰੂ ਨਾਲ ਬਹੁਤ ਗੱਲਾਂ ਕਰਨੀਆਂ, ਕਿਉਂਕਿ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕੈਰਵਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇ ਕੇ। ਬੜੇ ਚਿਰਾਂ ਦੇ ਵਿਛੜੇ ਹੋਏ ਆ, ਬੜੀ ਮੁਸ਼ਕਿਲ ਨਾਲ ਤੇ ਤੂੰ ਮਿਲਿਆ ਮੈਨੂੰ, ਬੜੀ ਮੁਸ਼ਕਿਲ ਨਾਲ ਤੇ ਸਤ ਸੰਗ ਮਿਲੀ ਹੈ, ਉਹ ਬੜੀ ਮੁਸ਼ਕਿਲ ਨਾਲ ਤੇ ਅੰਮ੍ਰਿਤ ਵੇਲਾ ਮਿਲਿਆ। ਇੱਕ ਦਿਨ ਆਉਣਾ ਮੇਰੇ ਕੋਲ ਅੰਮ੍ਰਿਤ ਵੇਲਾ ਵੀ ਨਹੀਂ ਹੋਣਾ, ਕਿਉਂਕਿ ਮੇਰੇ ਅੰਦਰੋਂ ਉਹ ਜਿੰਦ ਚਲ ਜਾਣੀ ਹੈ, ਉਹ ਉੱਡ ਜਾਣਾ ਹੈ, ਪੰਛੀ ਉੱਡ ਜਾਣਾ। ਮੈਂ ਉਦਣ ਕਿੱਦਣ ਅਗਲੇ ਦਿਨ ਕਿੱਦਾਂ ਮੈਂ ਤੇਰੇ ਕੋਲ ਆਵਾਂਗਾ। ਇਸ ਕਰਕੇ ਅੱਜ ਮੇਰੇ ਕੋਲ ਹੈਗਾ ਤੇ ਮੈਂ ਤੇਰੀ ਸੰਗਤ ਕਰ ਰਿਹਾ। ਤੇਰੀ ਮਹਾਰਾਜ ਜੀ ਇਹ ਵਿਚਾਰਧਾਰਾ ਨੂੰ ਮੈਂ ਅਪਣਾ ਰਿਹਾ, ਸੁਣ ਰਿਹਾ, ਦਰਸ਼ਨ ਕਰ ਰਿਹਾ। ਇੱਦਾਂ ਦਾ ਸਮਾਂ ਮੇਰੀ ਜ਼ਿੰਦਗੀ ਵਿੱਚ ਮੁੜ ਨਹੀਂ ਆਉਣਾ, ਮੈਨੂੰ ਪਤਾ ਹੈ। ਇਸ ਕਰਕੇ ਮੇਰੇ ਤੇ ਮਿਹਰ ਕਰੀ, ਤੂੰ ਆਪੇ ਜਾਣੇ ਸਰਬ ਵਡਾਣੀ। ਨਾਨਕ ਏਕੋ ਦਰਦੀਵਾਨ, ਗੁਰਮੁਖ ਸਾਚ ਤਹਾਂ ਗੁਦਰਾਨ। ਸੋ ਗੁਰਮੁਖ ਵਾਸਤੇ ਇੱਕੋ ਹੀ ਦਰਵਾਜ਼ਾ ਹੈ, ਉਹ ਹੈ ਗੁਰੂ ਨਾਨਕ ਦਾ ਘਰ। ਨਾਨਕ ਏਕੋ ਦਰ ਦਾ ਮਤਲਬ ਇੱਕੋ ਹੀ ਦਰਵਾਜ਼ਾ। ਹੁਣ ਧਿਆਨ ਦੇਣਾ, ਕਿਸੇ ਨੇ ਦਰਵਾਜ਼ੇ ਜ਼ਿਆਦਾ ਤਾਂ ਨਹੀਂ ਰੱਖੇ,
एक दरवाज़ा होवे जिहड़ा चोर है ना, जे किसी ने 5 रखे ने कि कोठे तो चढ़ के आ जाते, सौखी उदाहरण है। जे किसी ने ज़्यादा दरवाजे रखे ने तो ज़्यादा दरवाज़ों के विचों वो आ सकते ने चोर। तो जे किसी का एक दरवाज़ा तो एक की राखी एक कर लेगा, जे 5 होणगे तो 5 दरवाजे तो 5 निभाना पएगा। ध्यान देना, जे किसी ने छत ते 4 कमरे पाए ने, डर लगा रहिंदा चोर उपर दी ना आ जाए। इस करके महाराज जी कहते हो दर इक्को ही फड़ी। दर मैं हुण किते ये ना कोई समझ लेना भी भाई साहब किते कोठियां की गल करन लग पे ने, ओहदे 20 दरवाजे कोई रखो 40 रखो, ओहदे नाल कोई मतलब। एक उदाहरण है, एक लॉजिक के तौर पर गल कीती है। जिहड़ा मतलब अपना विश्वास अपनी श्रद्धा इक्को ही दर ते रखनी है। सत्कार सारे धर्मां दा करना, सत्कार सारियां दा करना। असीं सारियां कोल जाना, साडे हिंदू भरा दोस्त होणगे, उन्हां दे मंदिर दे विच उन्हां दे किते भगवत गीता दा उन्हां दा पाठ होवे, कोई रामायण दा पाठ होवे, असीं उत्थे जाके भी उन्हां दे नाल अपनी सांझ पैदा करनी है, सुख वधाउणा है। कोई अजकल दे मीडिया दे विच कोई फोटोआं खिच के ना पा दिया करो भी कोई किसी मोने दे घर गया तो लै जी इन्हें तो अमृत छकिया दी ये तो उत्थे बैठा मूर्ति दे अगे। वो हो सकता कोई किसी का मित्र होवे, किसी दे नाल बड़ा गहरा रिश्ता होवे। मुसलमान भी किसी का मित्र हो सकता है, गुरुआं दे नहीं होए। किसी का हिंदू वीर भी मित्र हो सकता है, किसी का जैनी बोधी भी हो सकता है। वो तुहानूं इज्जत नाल सत्कार नाल घर खाने ते बुलाए तो महाराज जी ने कह दिता ये तो सारे असीं इक्को ही हाँ। हाँ उन्होंने तो धर्म वक्रा है, उन्होंने मर्यादा वक्री, उन्होंने मुबारक है। पर अजकल युग इदा भी जे कोई बेचारा जाके किसी ने इदा सत श्री अकाल भी बुलाउण लगा, वो कहता भी ये फोटो खिंच लो तो मीडिया च पावांगे, इन्हें तो मत्था टेकिया जी। लै आ बड़ी वधिया गल है भी असी समाजिक जीव हाँ, समाजिक साझा हैं, एक दूजे दे आना जाना भी है। तो मतलब ये नहीं भी ये बंदा कोई बेमुख हो गया गुरु तो, नहीं। किसी का सत्कार करना गुरु तो बेमुख नहीं होंदा, सगों तो सानू कहणगे भी शाबाश ये सत्कार करता है हर धर्म का, हर एक चीज़ का। बड़िया उदाहरण इतिहास में गुरुआं दे कोल मुसलमान भी आए, कई फकीर आए, उन्होंने गुरुआं ने और हथ जोड़ के उन्होंने जियो आया आख्या, तो उन्होंने बड़ा प्यार किया, सत्कार किया, लंगर पानी प्रशादे छकाए, उन्होंने कोल बैठे, उन्होंने राहत रखिया है। तो इदां दी गल्लां गुरुआं ने सब कुछ कीतियां। ते जे असीं माड़ा जिहा किते सिख एक दूजे पासे चले जाइए जां किसी दे घर चले जाइए, लोग कई कुछ कर ला पांदे ने। ये चीज़ां जिहड़ियां ने चंगियां नहीं हन। असीं समाजिक जीव हाँ। जिद्दां मैं हुण तुहाडे नाल पंजाबी दे विच अज मैं बहुत वड्डे विद्वान नूं अज सुण रिहा सी सवेरे, तो उन्हें कहता मैं हिंदी दे विच तुहाडे नाल गल करनी भाई साडी मात भाशा पंजाबी है। तो कईयां ने कहण लग पैना लै ये हिंदी बोलदा ये हिंदू बन गया। वो भाशा साडे बच्चे बाहर किन्नियां जाके बोलते हैं, ठीक है, एक भाशा नहीं कई बोलते हैं, तां वो रोटी कमाते हैं उत्थे। इहदा मतलब ये थोड़ा भी उही बन गए, वो तो अपने धर्म च पक्के ने, मुंडिया ने अमृत छके ने, पर वो उधर दी भाषावां बोलते हैं, अपना उन्होंने जॉब है, काम है। इस करके जिहड़ा हुण साडा पंजाबी का मैसेज कई कट्टड़ जिहड़े ने नहीं वो जान सकते, जिहड़े हिंदू समाज नाल संबंधित है, हिंदी नाल संबंधित है। मेरा कई बार दिल करदा भी मैं मिक्स हिंदी और इंग्लिश दे विच करां, ते पर इत्थे कईयां ने बाहरों इत्थे आ जाने ने मैसेज साडे प्रबंधकां नूं, ये भाई की करन लग पिया तुहाडा। ठीक है, गुरु ने विद्या दी है, पर मैं कोल अपने पर्सनली कराँगा, इस स्टेज तो नहीं। गुरु मेहर करे किसी तरीके दे नाल हिंदी और इंग्लिश दे विच भी क्यों नहीं सानू कोशिश करनी चाहिए भाई। पर क्योंकि जिन्होंने सोची नहीं उन्होंने कई गल्लां करनियां शुरू कर दियां, लै साडा तो गुरु साडी ते बाणी गुरमुखी विच ये किहड़ी इंग्लिश बोलन लग पे वड्डे पढ़े लिखे। दुनिया बड़ी खराब है, जद कि सानू हरेक भाषा का ज्ञान होना चाहिए। साडा मैसेज गुरु नानक की विचारधारा की है, ये भारत के हर बच्चे नौजवान के कन तक जानी चाहिए है। जो असीं हिंदी दे विच बोलांगे तो सारियां स्टेटां दे जिहड़े बच्चे नौजवान वो समझ सकते हैं भी ये गुरु बारे इन्ना मतलब ज्ञान, इन्नी गुरु की बख्शिश, इन्ना गुरु ग्रंथ साहब वड्डा इन्हां दा, वो फिर हैरान होणगे। सो इस करके ना कोई भाषा माड़ी हुंदी है, अपने घर में पक्के रहना, ना कोई धर्म माड़ा होंदा, ना कोई जात माड़ी होंदी, सारे चंगे ने। सो गुरु नानक पातशाह जी आखिरी पंक्ति, गुरमुख साच तहां गुदरान, जो गुरु दे सन्मुख रह के गुरु की उस्तत सुनदा जां करदा ਉਹਨੂੰ सदा ही सहारा गुरु का मिल जाता। ये सी अज दे लड़ीवार शब्द की विचार। सो 20 तरीक को प्रभात फेरियां की रमता हो रही है गुरु गोबिंद सिंह महाराज जी दे
ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਜਿਨ੍ਹਾਂ ਨੇ ਭਾਈ ਸੇਵਾ ਲੈਣੀ ਹੈ ਉਹ ਆਪਣੇ ਨਾਮ ਨੋਟ ਕਰਵਾਉਣ। 26 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਇਹ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸੰਬੰਧ ਵਿੱਚ ਆਰੰਭ ਹੋਣਾ। 21 ਤਰੀਕ ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਸ਼ਾਮ ਨੂੰ ਇਹ 3 ਤੋਂ 5 ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਣੇ ਨੇ। ਇਹ ਬੀਬੀਆਂ ਵੱਲੋਂ ਕੋਈ ਵੀ ਬੱਚਾ ਨੌਜਵਾਨ ਕੋਈ ਵੀ ਆ ਸਕਦਾ ਹੈ। ਸੋ ਇਹਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਜ਼ਰੂਰ ਹਾਜ਼ਰੀਆਂ ਭਰੋ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।